ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ। ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਇੱਕ ਦਿਨ ਦੀਵਾਨ ਸਥਾਨ 'ਤੇ ਬੈਠੇ ਨੇ, ਸਿੱਖ ਸੰਗਤ ਜੁੜੀ ਹੋਈ ਹੈ, ਕੀਰਤਨ ਹੋ ਰਿਹਾ ਹੈ। ਅਚਨਚੇਤ ਇੱਕ ਕਲੰਦਰ ਰਿਛ ਲੈ ਕੇ ਆ ਗਏ ਆ ਬਾਹਰ, ਤੇ ਸਤਿਗੁਰੂ ਜੀ ਨੂੰ ਆ ਕੇ ਕਹਿਣ ਲੱਗਾ, ਜੇ ਤੁਸੀਂ ਆਗਿਆ ਦਿਓ ਤੁਹਾਨੂੰ ਇਹ ਰਿਛ ਦਾ ਤਮਾਸ਼ਾ ਦਿਖਾ ਦੇਵਾਂ। ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ। ਸਿੱਖ ਵੀ ਸੋਚਦੇ ਨੇ ਕਿ ਹੁਣੇ ਅਸੀਂ ਕੀਰਤਨ ਸੁਣ ਰਹੇ ਸਾਂ, ਦੀਵਾਨ 'ਚ ਬੈਠੇ ਹਾਂ, ਹੁਣ ਬਾਹਰ ਰਿਛ ਦਾ ਤਮਾਸ਼ਾ ਦੇਖਾਂਗੇ। ਸਤਿਗੁਰੂ ਜੀ ਦਾ ਇੱਕ ਹੀ ਚੋਜ ਹੈ। ਗੁਰੂ ਸਾਹਿਬ ਜੀ ਦਾ ਜੀਵਨ ਇਤਿਹਾਸ ਪੜ੍ਹੀਏ। ਸਤਿਗੁਰੂ ਜੀ ਨੇ ਬੜੇ ਵਿਚਿੱਤਰ ਢੰਗਾਂ ਦੇ ਨਾਲ ਗੁਰਸਿੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ, ਬਾਹਰ ਖੁੱਲ੍ਹੀ ਥਾਂ 'ਤੇ ਸਤਿਗੁਰੂ ਜੀ ਵੀ ਆ ਗਏ। ਉਹ ਕਲੰਦਰ ਜਿਹੜਾ ਸੀ ਆਪਣੇ ਰਿਛ ਨੂੰ ਲੈ ਆਇਆ। ਰਿਛ ਨੇ ਕਈ ਤਰ੍ਹਾਂ ਦੇ ਤਮਾਸ਼ੇ ਦਿਖਾਏ, ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ, ਤੇ ਉਹਨੂੰ ਦੇਖ ਕੇ ਸਾਰੇ ਬੜੇ ਹੱਸ ਰਹੇ ਨੇ, ਬੜੇ ਖੁਸ਼ ਹੋ ਰਹੇ ਨੇ। ਕਲਗੀਧਰ ਪਾਤਸ਼ਾਹ ਬੈਠੇ ਨੇ, ਉਹਨਾਂ ਦਾ ਇੱਕ ਚੌਰ ਬਰਦਾਰ ਸੀ ਭਾਈ ਕੀਰਤਨੀਆ। ਸਾਖੀਕਾਰ ਲਿਖਦੇ ਕਿ ਕੀਰਤਨੀਆ ਵੀ ਬੜਾ ਹੱਸਿਆ, ਲੋਟ-ਪੋਟ ਹੋ ਗਿਆ। ਇੱਥੋਂ ਤੱਕ ਵੀ ਲਿਖਿਆ ਹੈ ਕਿ ਹੱਸਦਿਆਂ ਉਹਦੇ ਕੋਈ ਚੌਰ ਵੀ ਜਿਹੜੀ ਸੀ ਉਹ ਡਿੱਗ ਪਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀਰਤੀਆ ਬੜਾ ਖੁਸ਼ ਹੈ। ਕਹਿੰਦਾ, ਮਹਾਰਾਜ ਦੇਖੋ ਰਿਛ ਕਿੱਦਾਂ ਦੇ ਤਮਾਸ਼ੇ ਕਰ ਰਹੇ ਹੈ। ਸਤਿਗੁਰੂ ਜੀ ਕਹਿੰਦੇ, ਤੈਨੂੰ ਪਤਾ ਹੈ ਕੌਣ ਹੈ? ਕਹਿੰਦਾ, ਜੀ ਰਿਛ ਹੀ ਹੈ, ਹੋਰ ਕੀ ਹੋ ਸਕਦਾ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਇਹ ਤੇਰਾ ਬਾਪ ਸੋਭਾ ਰਾਮ ਹੈ। ਕੀਰਤੀਆ ਨਾਰਾਜ਼ ਹੋ ਗਿਆ। ਸੋਭਾ ਰਾਮ ਨੇ ਕਿੰਨਾ ਚਿਰ ਗੁਰੂ ਘਰ 'ਚ ਸੇਵਾ ਕੀਤੀ ਹੈ, ਜੇ ਉਹਨੇ ਸੇਵਾ ਕਰਨ ਤੋਂ ਬਾਅਦ ਰਿਛ ਹੀ ਬਣਨਾ ਹੈ, ਤੇ ਮਹਾਰਾਜ ਮੈਂ ਕੀ ਬਣਾਂਗਾ, ਬਾਂਦਰ ਬਣਾਂਗਾ। ਸਤਿਗੁਰੂ ਜੀ ਕਹਿਣ ਲੱਗੇ, ਗੱਲ ਇਹ ਹੈ ਕਿ ਜਿਹੜਾ ਰਿਛ ਵਾਲੇ ਕਰਮ ਕਰੇਗਾ ਉਹ ਰਿਛ ਬਣੇਗਾ, ਤੇ ਜਿਹੜਾ ਬਾਂਦਰ ਵਾਲੇ ਕਰੇਗਾ ਉਹ ਬਾਂਦਰ ਬਣੇਗਾ। ਗੁਰੂ ਸਾਹਿਬ ਜੀ ਨੇ ਇਹ ਗੱਲ ਕਹਿ ਦਿੱਤੀ। ਹੁਣ ਇਹ ਸਾਖੀ ਦੇਖਣ ਨੂੰ ਉੱਪਰੋਂ ਸਾਨੂੰ ਇੱਕ ਆਮ ਰਿਛ ਦੀ ਲੱਗਦੀ ਹੈ, ਪਰ ਬੜੀ ਭਾਵਪੂਰਤ ਹੈ ਸਾਖੀ। ਹਰ ਸਾਖੀ ਦੇ ਅੰਦਰ ਕੋਈ ਰਮਜ ਹੈ, ਕੁਝ ਰਹੱਸ ਹੈ, ਕੁਝ ਭੇਤ ਲੁਕਿਆ ਹੋਇਆ ਜਿਹਨੂੰ ਜਾਣਨ ਦੀ ਲੋੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਰਤੀਏ ਨੂੰ ਸਮਝਾਇਆ, ਉਹ ਕੀਰਤੀਆ ਤੇਰਾ ਬਾਪੂ ਗੁਰੂ ਘਰ 'ਚ ਸੇਵਾ ਕਰਦਾ ਹੁੰਦਾ ਸੀ, ਤਕਰੀਬਨ ਬਹੁਤ ਸਾਰਾ ਟਾਈਮ ਉਹਨੇ ਗੁਰੂ ਘਰ 'ਚ ਬਤੀਤ ਕੀਤਾ। ਇਹ ਗੁਰਦੁਆਰੇ ਸਤਿਗੁਰੂ ਜੀ ਨੇ ਮਨੁੱਖ ਦੀ ਘਾੜਤ ਲਈ ਬਣਾਏ ਨੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਹੋਰ ਦਾਨ ਸੰਬੰਧਾਂ ਦੇ ਖਿਆਲ ਪੜ੍ਹਦੇ ਹਾਂ, ਤੇ ਸਿਆਣੇ ਵੀ ਕਹਿੰਦੇ ਨੇ ਕਿ ਹਰ ਮਨੁੱਖ ਦੇ ਅੰਦਰ ਕਈ ਪਸ਼ੂ ਨੇ, ਇੱਕ ਪਸ਼ੂ ਨਹੀਂ ਹੈ, ਕਈ ਪਸ਼ੂ ਨੇ। ਮਨੁੱਖ ਪਸ਼ੂ ਜੂਨਾਂ 'ਚੋਂ ਆਇਆ ਹੈ ਨਾ। ਗੁਰਬਾਣੀ ਦਾ ਬਚਨ, ਕਈ ਜਨਮ ਪੈ ਕੀਟ ਕੁਰੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਹੋਇਓ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਸਾਡੀ ਸੁਰਤ, ਸਾਡਾ ਮਨ ਕਈ ਜਨਮਾਂ 'ਚ ਗੁਜ਼ਰਦਾ ਹੈ। ਅਸੀਂ ਜਿੱਧਰ ਦੀ ਲੰਘ ਜਾਈਏ ਨਾ ਰਸਤੇ ਤੋਂ ਦੀ, ਉੱਥੋਂ ਦਾ ਮਿੱਟੀ ਘੱਟਾ ਤੇ ਸਾਡੇ ਕੱਪੜਿਆਂ ਤੇ ਪੈ ਹੀ ਜਾਂਦਾ। ਜਿੱਧਰ ਦੀ ਸਾਡੀ ਸੁਰਤ ਜਾਏਗੀ, ਸਾਡਾ ਮਨ ਜਾਏਗਾ, ਉਹਨਾਂ ਜੂਨਾਂ ਦਾ ਪ੍ਰਭਾਵ ਤੇ ਸਾਡੇ 'ਚ ਰਹੇਗਾ, ਸੰਸਕਾਰ ਤੇ ਸਾਡੇ 'ਚ ਰਹਿਣਗੇ। ਜ਼ਿੰਦਗੀ ਸਾਨੂੰ ਭਾਵੇਂ ਮਨੁੱਖਾਂ ਵਾਲੀ ਮਿਲ ਗਈ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਚਨ ਅਟਲ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਦੀ ਜਿਹੜੀ ਕਰਤੂਤ ਹੈ ਨਾ, ਉਹ ਪਸ਼ੂਆਂ ਵਾਲੀ ਹੈ, ਉਹ ਮਨੁੱਖਾਂ ਵਾਲੀ ਨਹੀਂ ਹੈ। ਜਿਸ ਦਿਨ ਇਹ ਮਨੁੱਖ ਬਣ ਗਿਆ, ਉਹ ਤੇ ਜ਼ਿੰਦਗੀ ਅੰਦਰ ਸੁਖੀ ਬੜਾ ਹੋ ਜਾਏਗਾ। ਗੁਰਬਾਣੀ ਨੇ
ਬੇਅੰਤ ਥਾਵਾਂ ਤੇ ਗੱਲ ਕਹੀ ਹੈ, ਅੰਤਰ ਲੋਭ ਭੌਂਕੇ ਜਿਸ ਕੁੱਤਾ। ਮਨੁੱਖ ਦੇ ਅੰਦਰ ਲੋਭ ਹੈ ਤੇ ਉਹ ਕੁੱਤੇ ਵਰਗਾ ਹੈ, ਕੁੱਤੇ ਵਾਂਗੂ ਭੌਂਕ ਰਿਹਾ ਹੈ। ਹੋਰ ਬੜੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਦਿੱਤੀਆਂ ਨੇ ਗੁਰਬਾਣੀ ਵਿੱਚ ਕਿ ਮਨੁੱਖ ਦੇ ਅੰਦਰ ਪਸ਼ੂ ਬੈਠੇ ਨੇ। ਗੁਰਬਾਣੀ ਤੋਂ ਇਲਾਵਾ ਹੋਰ ਸਿਆਣੇ ਲੋਕਾਂ ਦੇ ਖਿਆਲ ਪੜੀਏ। ਸੈਂਡਬਰਗ ਇੱਕ ਅਮਰੀਕਾ ਦਾ ਬੜਾ ਤਗੜਾ ਕਵੀ ਹੋਇਆ, ਉਹ ਕਹਿੰਦਾ ਕਿ ਮੇਰੇ ਅੰਦਰ ਤੇ ਚਿੜੀਆ ਘਰ ਹੀ ਬਣਿਆ ਹੋਇਆ, ਪਤਾ ਨਹੀਂ ਕਿੰਨੇ ਕੁ ਜੀਵ ਨੇ। ਕਹਿਣ ਤੋਂ ਭਾਵ ਕਿ ਹਰ ਮਨੁੱਖ ਦੇ ਅੰਦਰ ਪਸ਼ੂ ਹਨ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਸਹਿਸਕ੍ਰਿਤੀ ਸ਼ਲੋਕਾਂ 'ਚ ਗੁਰੂ ਕਾ ਇੱਕ ਸ਼ਲੋਕ ਹੈ, ਉਦਿਆਨ ਨਗਰੰਗ ਬਸਰੰਗ ਸੰਸਾਰੰਗ ਸੰਬੰਧੀ ਸਵਾਨ ਸਿਆਲ ਖਰੈ। 58 ਨੰਬਰ ਸ਼ਲੋਕ ਸਹਿਸਕ੍ਰਿਤੀ ਸ਼ਲੋਕਾਂ 'ਚ ਗੁਰੂ ਅਰਜਨ ਦੇਵ ਜੀ ਦਾ, ਕਿ ਸਾਡਾ ਜਿਸ ਸੰਸਾਰ ਦੇ ਅੰਦਰ ਨਿਵਾਸ ਹੈ ਨਾ, ਇਹ ਜੰਗਲ ਹੈ, ਤੇ ਸਾਡੇ ਸੰਬੰਧੀ ਕੀ ਨੇ? ਸਵਾਨ ਸਿਆਲ ਖਰੈ। ਸਵਾਨ ਹੁੰਦਾ ਕੁੱਤਾ, ਔਰ ਸਿਆਲ ਕਹਿੰਦੇ ਨੇ ਗਿੱਦੜ ਨੂੰ, ਖਰੇ ਕਹਿੰਦੇ ਨੇ ਖੋਤੇ ਨੂੰ। ਗੁਰਬਾਣੀ 'ਚ ਬਹੁਤ ਥਾਵਾਂ ਤੇ ਇਹ ਉਦਾਹਰਨਾਂ ਦਿੱਤੀਆਂ ਨੇ। ਗਊ ਕੋ ਚਾਰੇ ਸਾਰ ਧੂਲ, ਕੌਡੀ ਕਲਾ ਖੋਆ ਮੂਲ। ਕਿਤੇ ਸ਼ੇਰ ਦੀ ਉਦਾਹਰਣ ਦਿੱਤੀ ਹੈ, ਕਿਤੇ ਕੁੱਤੇ ਦੇ ਨਾਲ ਤਸਵੀਰ ਦਿੱਤੀ ਹੈ, ਕਿਤੇ ਸੂਰ ਦੇ ਨਾਲ ਤੁਲਨਾ ਦਿੱਤੀ ਹੈ। ਇਹ ਮਨੁੱਖ ਦੀ ਬਿਰਤੀ ਦੀ ਗੱਲ ਹੈ। ਸਤਿਗੁਰੂ ਜੀ ਕਹਿਣ ਲੱਗੇ, ਉਹ ਭਾਈ ਕੀਰਤੀਆ ਦੇਖ, ਤੇਰਾ ਬਾਪੂ ਸੋਭਾਰਾਮ ਗੁਰੂ ਘਰ 'ਚ ਸੇਵਾ ਕਰਦਾ ਸੀ, ਔਰ ਗੁਰੂ ਘਰ 'ਚ ਸੇਵਾ ਕਰਦਿਆਂ ਉਹਦੀ ਬਿਰਤੀ ਨਾ ਬਦਲ ਸਕੀ। ਇਹ ਜਿਹੜਾ ਰਿਛ ਹੁੰਦਾ ਨਾ, ਰਿਛ ਇੱਕ ਆਮ ਕਹਾਵਤ ਜਿਹਨੂੰ ਆਪਾਂ ਕਹਿੰਦੇ ਰਿਛ ਵਰਗਾ ਜੱਫਾ। ਰਿਛ ਦੀ ਪਕੜ ਬੜੀ ਹੁੰਦੀ ਹੈ, ਰਿਛ ਦਾ ਜੱਫਾ ਬੜਾ ਮਸ਼ਹੂਰ ਹੈ। ਭਾਵੇਂ ਧਰਮ ਦੀ ਦੁਨੀਆ ਹੈ ਤੇ ਭਾਵੇਂ ਰਾਜਨੀਤੀ ਦੀ, ਭਾਵੇਂ ਸਮਾਜ ਦੀ ਦੁਨੀਆ। ਆਪਾਂ ਦੇਖਦੇ ਹਰ ਮਨੁੱਖ ਦੇ ਮਨ 'ਚ ਇੱਕ ਪਕੜ ਬੜੀ ਕਿ ਜਿਸ ਅਹੁਦੇ ਤੇ ਬੈਠਾ ਹੈ, ਜਿਸ ਥਾਂ ਤੇ ਬੈਠਾ ਹੈ, ਜਿਸ ਵਸਤੂ ਨਾਲ ਜੁੜਿਆ, ਉਹਨੂੰ ਛੱਡੇ ਹੀ ਨਾ, ਉਹਨੂੰ ਛੱਡਣ ਲਈ ਤਿਆਰ ਹੀ ਨਹੀਂ ਹੈ। ਇਹ ਮਨੁੱਖ ਦੀ ਬਿਰਤੀ ਹੈ। ਸਤਿਗੁਰੂ ਜੀ ਕਹਿੰਦੇ, ਬਾਪੂ ਤੇਰਾ ਗੁਰੂ ਘਰ ਸੀ, ਸੇਵਾ ਕਰਦਾ ਸੀ। ਇੱਕ ਦਿਨ ਦੀ ਗੱਲ, ਦੀਵਾਨ ਸਜਿਆ ਸੀ, ਸਮਾਪਤੀ ਹੋਈ, ਬਾਪੂ ਤੇਰਾ ਦੇਗ ਵਰਤਾ ਰਿਹਾ ਸੀ। ਇੱਕ ਕਿਰਤੀ ਸਿੱਖ ਜਿਹੜਾ ਸੀ, ਉਹ ਗੱਡੇ ਲੈ ਕੇ ਤੁਰਿਆ ਜਾ ਰਿਹਾ ਸੀ। ਉਹਨੇ ਦੇਖਿਆ ਦੀਵਾਨ ਸਜਿਆ ਹੈ, ਚਲੋ ਜੇ ਦਰਸ਼ਨ ਦੀਦਾਰ ਕਰ ਆਈਏ। ਹੁਣ ਕਿਰਤੀ ਬੰਦਾ ਜਿਹੜਾ ਹੈ, ਸਫ਼ਰ ਕਰ ਰਿਹਾ, ਗੱਡੇ ਮਿੱਟੀ ਘੱਟਾ ਤੇ ਲੱਗਾ ਹੋਣਾ ਹੀ ਹੈ, ਉਹਨੂੰ ਕੁਦਰਤੀ ਗੱਲ ਹੈ। ਉਹ ਆਇਆ ਕਾਹਲੀ ਵਿੱਚ, ਦੇਗ ਵਰਤਾਉਂਦੇ ਤੇਰੇ ਬਾਪੂ ਨੂੰ ਕਿਹਾ, ਭਾਈ ਸਾਹਿਬ ਮੈਨੂੰ ਦੇਗ ਦੇ ਦਿਓ, ਮੇਰੇ ਗੱਡੇ ਦੂਰ ਚਲੇ ਜਾਣੇ ਨੇ। ਤੇ ਬਾਪੂ ਤੇਰੇ ਨੇ ਕਿਹਾ, ਬਹਿ ਜਾ, ਕੰਨੂ ਰਿਛ ਵਾਂਗੂ ਤੂੰ ਭੁੜਕੀ ਜਾਂਦੇ। ਉਹਨੇ ਫਿਰ ਬੇਨਤੀ ਕੀਤੀ, ਪਰ ਤੇਰੇ ਬਾਪੂ ਨੇ ਫਿਰ ਇਹੀ ਗੱਲ ਕਹੀ। ਉਸ ਸਿੱਖ ਨੇ ਹੇਠੋਂ ਹੀ ਡਿੱਗਿਆ ਹੋਇਆ ਇੱਕ ਕਿਣਕਾ ਚੁੱਕ ਕੇ ਮੂੰਹ 'ਚ ਪਾਉਂਦਿਆਂ ਕਹੇਗਾ, ਰਿਛ ਹੋਏਗਾ ਤੂੰ, ਜਿੱਦਾਂ ਦਾ ਤੇਰਾ ਵਿਹਾਰ ਹੈ। ਸਤਿਗੁਰੂ ਜੀ ਕਹਿਣ ਲੱਗੇ, ਗੱਲ ਵਿਹਾਰ ਦੀ ਹੈ। ਬਾਪੂ ਤੇਰਾ ਵਰਤਾਉਂਦਾ ਦੇਗ ਸੀ, ਪਰ ਜੱਫਾ ਮਾਰੀ ਬੈਠਾ, ਕਿਉਂ ਦਿੰਦਾ ਨਹੀਂ ਕਿਸ ਨੂੰ। ਰਿਛ ਇੱਕ ਬਿਰਤੀ ਹੈ ਮਨੁੱਖ ਦੀ। ਔਰ ਗੁਰਬਾਣੀ 'ਚ ਸਤਿਗੁਰੂ ਜੀ ਦੀ ਵਡਿਆਈ ਕਰਦੇ ਹਾਂ। ਮੈਂ ਬੇਨਤੀ ਕਰ ਰਿਹਾ ਸੀ ਕਿ ਸਾਡੇ ਅੰਦਰ ਜਿਹੜੀ ਇਹ ਪਸ਼ੂ ਬਿਰਤੀ ਹੈ, ਹਰ ਮਨੁੱਖ 'ਚ ਹੈ, ਮੇਰੇ 'ਚ ਵੀ ਹੈ, ਸਾਰਿਆਂ 'ਚ ਹੀ ਹੈ। ਇਹ ਪਸ਼ੂ ਬਿਰਤੀ ਨੂੰ ਮਿਟਾਉਣ ਲਈ ਤੇ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸੀ। ਹੁਣ ਇਹ ਸਾਡੀ ਪਸ਼ੂ ਬਿਰਤੀ ਮਿਟੇ ਕਿਵੇਂ? ਇਵੇਂ ਕਹਿ ਲਓ, ਸਾਡਾ ਸੁਭਾਅ ਬਦਲੇ ਕਿਵੇਂ? ਹੁਣ ਅੰਦਰ ਲੋਭ ਹੋਣਾ, ਅੰਤਰ ਲੋਭ ਹਲਕਾਏ, ਹਲਕਾਇਆ ਕੁੱਤਾ ਹੀ ਹੁੰਦਾ ਹੈ ਨਾ। ਹੁਣ ਅੰਦਰੋਂ ਹਲਕਾਏ ਹੋਣਾ, ਅੰਦਰ ਈਰਖਾ ਹੋਣੀ, ਅੰਦਰ ਕੁੱਤੇ ਵਰਗਾ, ਖੋਤੇ ਵਰਗਾ, ਪਸ਼ੂਆਂ ਵਰਗਾ, ਕਾਂ ਵਰਗਾ। ਸਤਿਗੁਰੂ ਜੀ ਨੇ ਮਨਮੁੱਖ ਨੂੰ ਕਾਂ ਦੇ ਨਾਲ ਵੀ ਤੁਲਨਾ ਦਿੱਤੀ ਹੈ ਕਈ ਥਾਵਾਂ ਤੇ, ਕਿਸੇ ਨੂੰ ਬਗਲੇ ਨਾਲ ਦਿੱਤੀ ਹੈ, ਕਿਸੇ ਨੂੰ ਹੰਸ ਨਾਲ ਦਿੱਤੀ ਹੈ। ਹੋਰ ਬਹੁਤ ਉਦਾਹਰਨਾਂ ਗੁਰਬਾਣੀ 'ਚ ਵਰਤੀਆਂ ਨੇ। ਸਵਾਲ ਇਹ ਹੈ ਕਿ ਸਤਿਗੁਰੂ ਜੀ ਨੇ ਜੋ ਸਾਨੂੰ ਦਾਤਾਂ ਦਿੱਤੀਆਂ, ਉਹ ਸੀ ਸਾਡੇ ਸੁਭਾਅ ਨੂੰ ਬਦਲਣ ਦੇ ਲਈ। ਉਹ ਸਾਡਾ ਸੁਭਾਅ ਬਦਲਿਆ ਕਿਵੇਂ ਜਾਏ? ਉਹਦੇ ਲਈ ਕੀ ਦਾਤ ਦਿੱਤੀ ਸਾਨੂੰ ਸਾਡੇ ਸਤਿਗੁਰੂ ਜੀ ਨੇ? ਉਹਦੇ ਲਈ ਸਭ ਤੋਂ ਵੱਡੀ ਦਾਤ ਦਿੱਤੀ ਸੀ ਸਾਨੂੰ ਸਾਡੇ ਸਤਿਗੁਰੂ ਜੀ ਨੇ, ਸਤ ਸੰਗਤ ਅਤੇ ਗੁਰਬਾਣੀ। ਸਤ ਸੰਗਤ ਤੇ ਗੁਰਬਾਣੀ ਰਾਹੀਂ ਸਾਡਾ ਸੁਭਾਅ ਬਦਲਿਆ ਜਾ ਸਕਦਾ ਹੈ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਬੱਧੀ ਸੱਚ ਧਰਮਸਾਲ ਹੈ। ਗੁਰਸਿੱਖਾਂ ਲਹਿੰਦਾ ਭਾਲ ਕੇ ਪੈਰ ਧੋਵਾਂ, ਪੱਖਾ ਫੇਰਦਾ ਹੋਂ ਮਲਮਲ ਧੋਵਾਂ, ਪਾਓ ਜੀਓ। ਕਹਿੰਦੇ ਕਿ ਮੈਂ ਧਰਮਸਾਲ ਬਣਾਈ, ਜਿਹਨੂੰ ਆਪਾਂ ਗੁਰਦੁਆਰਾ ਕਹਿੰਦੇ ਆ, ਇਹਨੂੰ ਧਰਮਸਾਲ ਕਹਿੰਦੇ ਨੇ। ਇਹ ਗੁਰਦੁਆਰੇ ਕੋ ਮਾਮੂਲੀ ਅਸਥਾਨ ਨਹੀਂ ਹੈ, ਇਹ ਕੋ ਪੂਜਾ ਦੇ ਕੇਂਦਰ ਹੀ ਨਹੀਂ ਹੈ। ਇਹ ਕੋ ਸਿਰਫ ਇਸ ਲਈ ਨਹੀਂ ਕਿ ਆਪਾਂ ਮੱਥਾ ਟੇਕਿਆ ਆਏ ਤੇ ਚਲੇ ਗਏ, ਇਹਦੇ ਲਈ ਨਹੀਂ ਹੈ। ਇਹ ਗੁਰਦੁਆਰੇ ਸਾਡੀ ਜ਼ਿੰਦਗੀ ਦੀ ਘਾੜਤ ਕੱਢਣ ਲਈ ਸਨ, ਔਰ ਗੁਰੂ ਸਾਹਿਬਾਨ ਨੇ ਘਾੜਤ ਕੜੀ ਹੈ। ਔਰ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ,
किन्ने प्यारे बचन भट्टा ने कहे ने जदों सतगुर जी की वडियाई की। कच्चों कंचन भयो शब्द गुर सरवणे सुनियो, बिखते अमृत होयो नाम सतगुर मुख भणियो, लोहियों होयो लाल नदर सतगुर जद धारै, पाहन मानक करे ज्ञान गुर कहो विचारे, काठों श्रीखंड सतगुर कीयो, दुख दरिद्र तिनके गए, सतगुर चरण जिन परसिया पश प्रेत सुर नर पे। जिन्हों ने गुरु के चरण परस ले वो पशु प्रेतों तो देवते बन गए। हुण पशु बिरती का जिक्र तो वार वार किया गया कि मनुख के अंदर पशु बैठा हुआ है। ये घटना बहुत वड्डा सानू संदेश दिंदी है कि गल कली इत्थे भाई शोभा राम दी नहीं है। सतगुरु जी सिख नूं एक इहो जी बिरती देना चाहुंदे ने जिथे उहदे अंदरों पशु बिरती खत्म हो जाए, उहदे अंदरों लोभ खत्म हो जाए, उहदे अंदरों हंकार मिट जाए, उहदे अंदरों आलस मिट जाए, उहदे अंदरों दिलदर मिट जाए, उहदे अंदरों तृष्णा मिट जाए, उहदे अंदरों ईरखा मिट जाए। उहदे लई सानू साडे सतगुरु जी ने दित्ती सत संगत अते गुरबाणी। मैं बेनती की सी कि जिधर जिधर साडी सुरत जाएगी, जिधर जिधर साडा मन जाएगा, वो असर साडी ते पैना ही है। असी जो लोह विच हुन्ने उदों कुत्ते दी जून च हुन्ने आ। इस जिंदगी तो पहला किन्नियां जूनां भोगियां जां की सां ते वाहिगुरु जी जानते ने। गुरबाणी कहती कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर बृख जोयो। हुण ऐसे जिंदगी च असी कित्थे कित्थे फिरदे हां। कदी लोभी बन जाने, कुत्ते वर्गे होए फिरदे हां, कदी असी सूर वांगू, कदी असी काम वांगू करलाउंदे ही रहने हां। आम अक्सर आपां ये गल्लां वरतदे हां कि बंदा है ते सूर वांगू खाई चलिया जांदा है। आम असी कहने हां ये बंदा है, ये ते कां वांगू कां कहीं करी चलिया जांदा है। ये बंदा है, ये तो कुत्ते वांगू भौंकदा ही रहिंदा है। ये तो लोभी बड़ा है, ये सप वर्गा है, जफा मार के बैठा होया है। ये मनुख दी बिरती है और ये साडी बिरती बदले किवें? उहदे लई सानू साडे सतगुरु जी ने दित्ती सी ये सत संगत, ये दित्ती सी गुरबाणी कि ज्यों ज्यों असी रोज़ गुरबाणी पढ़ांगे, रोज़ सत संगत नाल जुड़ांगे, साडी वो बिरती बदलेगी, साडा वो सुभाव बदलेगा। असी सोचिया की है कि शायद जदों सानू लोड़ पे उदों बाणी पढ़ लो। जिवें सानू लोड़ पैंदी असी दुकान ते जाके सौदा नहीं खरीद लेंदे। दुकान ते गए सौदा खरीद लिया, नहीं लोड़ ते जाण दी लोड़ कोई नहीं है। असी धर्म नूं जां गुरबाणी नूं भी इसे तरीके नाल समझिया, लोड़ है तो चलो चले जाओ, नहीं तो कोई लोड़ नहीं है। गुरबाणी केवल इस लिए नहीं सी, जां सत संगत केवल इस लिए नहीं सी। बाबा कबीर साहब जी ने एक बचन लिखिया कि काम परे हर सिमरी है, ऐसा सिमरो नित। बंदिया जदों तेनू काम पैंदा है तू परमात्मा नू चेते करदा है, बहुत ही भली गल है, करना चाहिए। जिहड़े करदे ने मुबारक ने। काम पैंदा तू परमात्मा नू चेते करदा है, पर ऐसा सिमरो नित। जिवें काम पे आपां किन्ने एकाग्र चित होके याद करदे, देखो ना किन्नी शरधा भावना प्रगट करदे आ। और ये भागां वाली गल है कि उदों ही साडी शरधा भावना बन जाए। असी आप भी अरदास करते हैं, कई बारी संगियां साथियों नूं नाल लैके आउणे, संगत विच मिल के अरदास करते, बड़ी भावना नाल करते हैं। बाबा कबीर साहब जी कहते ऐसा सिमरो नित। जदों कम पैंदा है, जिन्नी अधीनगी नाल, जिन्नी निमरता दे नाल, जिन्नी भावना दे नाल असी गुरु नूं प्रभु नूं चेते करते हैं, इदां हमेशा ही चेते करिए। पर मनुख कहता कम पिया, असी चेते किया, कम हल हो गया। जे कम नहीं तो लोड़ की है चेते करन दी? कई लोग कहते रोज़ गुरुद्वारे जाने की की लोड़ है, वेले ही नहीं शायद गुरुद्वारे जाते हैं। रोज़ पाठ करने की की लोड़ है? हुण उन्हां नूं पुछो रोज़ रोटी खाने की की लोड़ है, रोज़ सौण की की लोड़ है? रोटी साडी खुराक है। सरीरक जीवन च जे असी तंदुरुस्त रहना है, असी सरीरक तौर पर जे विकास करना है, तो सानू चंगे भोजन की रोज़ लोड़ है। कोई कह सकता है कि रोज़ रोटी क्यों खाते, रोज़ भोजन क्यों खाते हो? उहदी सानू लोड़ है। जे सरीरक विकास लई भोजन की लोड़ है, जे आर्थिक विकास लई रोज़ काम ते जाना बनता है, असी काम ते जाने हैं, जाना चाहिए, साडा हक है, साडा अधिकार है। वो गुरु ने कहा कि काम करो तुसी। जे असी आर्थिक तौर पर समाजिक तौर पर विकास करना तो लोड़ है साडी बिल्कुल। जे असी रोज़ परमात्मा नूं चेते करना, ये साडी लोड़ है। ये नहीं कि दुनियावी लोड़ पई तो असी गुरु कोल आए तो मसला हल हो गया। पर मनुख कहता है कि मैनू कुछ लोड़ पई, विपता आई, दुख आया, मैं गुरु नूं चेते कर लिया, हुण लोड़ ही कोई नहीं है। हुण की लोड़ है गुरुद्वारे जाण दी? हुण की लोड़ है सतसंगत करन दी?
ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਤੈਨੂੰ ਲੋੜ ਹੈ ਜਾਂ ਨਹੀਂ ਲੋੜ, ਪਰ ਜੇ ਕਿ ਤੂੰ ਉਦਾਂ ਹੀ ਚੇਤੇ ਕਰੇ ਨਾ ਜਿੱਦਾਂ ਕੰਮ ਪੈਂਦਾ ਹੈ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੇ ਬਿਤ, ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਅਮਰਪੁਰੀ ਦਾ ਜਿਹੜਾ ਕੰਮ ਅਸੀਂ ਰੋਜ਼ ਕਰਦੇ ਆ ਨਾ, ਉਹ ਕੰਮ ਸਾਡੇ ਸੰਸਕਾਰ ਬਣ ਜਾਂਦਾ ਹੈ। ਜੇ ਸਾਡੇ ਅੰਦਰ ਲੋਭ ਵਾਲੀ ਕੁੱਤੇ ਵਾਲੀ ਬਿਰਤੀ ਹੈ ਜਾਂ ਸੱਪ ਵਾਲੀ ਬਿਰਤੀ ਹੈ, ਉਹ ਇੱਕ ਦਿਨ 'ਚ ਨਹੀਂ ਬਣ ਜਾਂਦੀ, ਉਹ ਇੱਕ ਦਿਨ 'ਚ ਨਹੀਂ ਬਣ ਜਾਂਦੀ। ਦੇਖੋ ਜਦੋਂ ਅਸੀਂ ਇਸ ਜਗਤ ਵਿੱਚ ਆਏ, ਮਨੁੱਖ ਜਦੋਂ ਇਸ ਧਰਤੀ ਤੇ ਆਉਂਦਾ, ਪੈਦਾਇਸ਼ ਹੁੰਦੀ ਮਨੁੱਖ ਦੀ, ਉਦੋਂ ਤੇ ਉਹ ਲੋਭੀ ਨਹੀਂ ਹੁੰਦਾ, ਉਦੋਂ ਤੇ ਉਹ ਕ੍ਰੋਧੀ ਵੀ ਨਹੀਂ ਹੁੰਦਾ, ਉਦੋਂ ਤੇ ਉਹਦੇ 'ਚ ਈਰਖਾ ਵੀ ਕੋਈ ਨਹੀਂ ਹੁੰਦੀ। ਉਦੋਂ ਤਾਂ ਅਸੀਂ ਕਹਿੰਦੇ ਤੇ ਰੱਬ ਦਾ ਹੀ ਰੂਪ ਹੈ, ਕਿੰਨਾ ਪਿਆਰਾ ਬੱਚਾ, ਰੱਬ ਵਰਗਾ ਹੀ ਹੈ, ਬੱਚਾ ਰੱਬ ਵਰਗਾ ਹੀ ਹੁੰਦਾ। ਔਰ ਗੁਰਬਾਣੀ ਨੇ ਇੱਕ ਗੱਲ ਕਹੀ ਹੈ, ਤੁਸੀਂ ਰੱਬ ਨੂੰ ਜੇ ਪ੍ਰਾਪਤ ਕਰਨਾ ਹੈ ਤੇ ਬੱਚੇ ਬਣ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਪਾਇਓ ਬਾਲ ਬੁੱਧ ਸੁਖ ਰੇ, ਬਾਲ ਬੁੱਧ ਧਾਰਨ ਕਰਕੇ। ਬਾਲ ਕੋ ਮੂਰਖ ਨਹੀਂ ਹੁੰਦਾ ਜਾਂ ਅਣਜਾਣ ਨਹੀਂ ਹੁੰਦਾ। ਬਾਲ ਬੁੱਧ ਦਾ ਅਰਥ ਨਿਰਵੈਰ, ਬਾਲ ਬੁੱਧ ਦਾ ਅਰਥ ਹੈ ਨਿਰਛਲ, ਨਿਰਲੋਭ, ਕਿਸੇ ਤਰ੍ਹਾਂ ਦੀ ਕੋਈ ਈਰਖਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਅੰਦਰੋਂ ਸ਼ੁੱਧ, ਜਿਹਨੂੰ ਆਪਾਂ ਪਵਿੱਤਰ ਕਹਿ ਸਕਦੇ, ਅੰਦਰੋਂ ਬਿਲਕੁਲ ਪਿਓਰ। ਤੇ ਗੁਰਬਾਣੀ ਕਹਿੰਦੀ ਪਰਮਾਤਮਾ ਨੂੰ ਵੀ ਪ੍ਰਾਪਤ ਤੁਸੀਂ ਪਿਓਰ ਹੋ ਕੇ ਹੀ ਕਰ ਸਕਦੇ ਹੋ, ਸ਼ੁੱਧ ਹੋ ਕੇ ਹੀ ਕਰ ਸਕਦੇ ਹੋ। ਜੇ ਅੰਦਰ ਮੈਲ ਹੈ, ਅੰਦਰ ਹੋਰ ਗੱਲਾਂ ਨੇ, ਫਿਰ ਤੁਸੀਂ ਬਾਹਰੋਂ ਜੋ ਮਰਜ਼ੀ ਕਰੀ ਜਾਓ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਵੇ ਆ ਰਿਹਾ। ਤੁਸੀਂ ਰੱਬ ਦੀ ਰਹਿਮਤ ਨਹੀਂ ਪ੍ਰਾਪਤ ਕਰ ਸਕਦੇ। ਰੋਜ਼ ਸਤ ਸੰਗਤ ਕਰਨੀ, ਰੋਜ਼ ਗੁਰਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਅਸੀਂ ਜਿਹੜਾ ਕੰਮ ਰੋਜ਼ ਕਰਾਂਗੇ ਉਹੋ ਜੀ ਸਾਡੀ ਬਿਰਤੀ ਬਣ ਜਾਏਗੀ। ਹੁਣ ਅਸੀਂ ਆਰੰਭ ਵਿੱਚ ਬਚਪਨ ਵਿੱਚ ਲੋਭੀ ਨਹੀਂ ਸਾਂ, ਕ੍ਰੋਧੀ ਨਹੀਂ ਸਾਂ, ਅਹੰਕਾਰੀ ਨਹੀਂ ਸਾਂ, ਅਸੀਂ ਈਰਖਾਲੂ ਨਹੀਂ ਸਾਂ। ਉਦੋਂ ਤੇ ਸਾਰਿਆਂ ਦੇ ਨਾਲ ਬਰਾਬਰ ਦਾ ਵਿਹਾਰ ਸੀ। ਪਰ ਜਿਉਂ-ਜਿਉਂ ਅਸੀਂ ਸਮਾਜ 'ਚ ਵਿਚਰੇ, ਵੱਡੇ ਹੁੰਦੇ ਗਏ, ਆਲੇ ਦੁਆਲੇ ਦਾ ਸਾਡੇ ਤੇ ਅਸਰ ਪਿਆ, ਅਸੀਂ ਕੋਈ ਲੋਭੀ ਬਣ ਗਿਆ, ਕੋਈ ਕ੍ਰੋਧੀ ਬਣ ਗਿਆ, ਹੰਕਾਰੀ ਬਣ ਗਿਆ, ਈਰਖਾਲੂ ਬਣ ਗਿਆ, ਨਿੰਦਕ ਬਣ ਗਿਆ, ਵੱਖਰੀ ਵੱਖਰੀ ਬਿਰਤੀ ਸਾਡੀ ਬਣ ਗਈ। ਉਹ ਇੱਕ ਦਿਨ 'ਚ ਨਹੀਂ ਬਣੀ, ਉਹ ਕਈ ਸਾਲਾਂ 'ਚ ਬਣਦੀ ਹੈ ਉਹ ਬਿਰਤੀ, ਇੱਕ ਦਿਨ 'ਚ ਨਹੀਂ ਸੁਭਾਅ ਕੋ ਬਣਦਾ। ਇਸੇ ਤਰੀਕੇ ਨਾਲ ਜਿਹੜਾ ਉਹ ਕਈ ਸਾਲਾਂ ਦਾ ਸੁਭਾਅ ਸਾਡਾ ਬਣਿਆ। ਗੁਰਬਾਣੀ ਤੇ ਕਹਿੰਦੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਸਾਡੇ ਮਨ ਨੂੰ ਤੇ ਜਨਮ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ, ਉਹ ਇੱਕੋ ਦਿਨ ਪਾਠ ਕੀਤਿਆਂ ਥੋੜ੍ਹਾ ਧੁੱਪ ਜਾਏਗੀ, ਉਹ ਇੱਕੋ ਦਿਨ ਗੁਰਦੁਆਰਾ ਆਇਆ ਥੋੜ੍ਹਾ ਧੁੱਪ ਜਾਏਗੀ। ਇਹ ਤਾਂ ਨਹੀਂ ਨਾ ਹੋ ਸਕਦਾ ਕਿ ਤੁਹਾਡਾ ਘਰ ਬੜਾ ਗੰਦਾ ਹੈ, ਵਿੱਚ ਕੀੜੇ ਮਕੌੜੇ ਫਿਰ ਰਹੇ ਨੇ, ਬਹੁਤ ਗੰਦਗੀ, ਚਿੜੀਆਂ ਨੇ ਘਰ ਪਾਏ ਨੇ, ਤੁਸੀਂ ਇੱਕੋ ਦਿਨ 'ਚ ਹੀ ਉਹਨੂੰ ਸਾਫ਼ ਕਰ ਲਓ। ਇੱਕੋ ਦਿਨ 'ਚ ਨਹੀਂ ਹੋਣਾ। ਹੁਣ ਘਰ ਨੂੰ ਰੋਜ਼ ਹੀ ਸਾਫ਼ ਕਰਨਾ ਪੈਂਦਾ, ਰੋਜ਼ ਕਰਨਾ ਪੈਂਦਾ ਨਾ। ਕੋਈ ਸਿਆਣਾ ਕਹਿ ਕੇ ਰੋਜ਼ ਹੀ ਤੁਸੀਂ ਸਾਫ਼ ਕਰਦੇ, ਕੀ ਲੋੜ ਹੈ? ਮਹੀਨੇ ਕੁ ਬਾਅਦ ਕਰ ਲਿਆ ਕਰੋ, ਰੋਜ਼ ਕੀ ਲੋੜ ਹੈ? ਅਗਲੇ ਕਹਿਣਗੇ ਘਰ ਨੂੰ ਰੋਜ਼ ਹੀ ਸਾਫ਼ ਰੱਖਦੇ ਤਾਂ ਹੀ ਘਰ ਵਧੀਆ ਰਹਿੰਦਾ, ਰਹਿਣ ਯੋਗ ਘਰ ਤਾਂ ਹੀ ਹੈ। ਕੋਈ ਕਹੇ ਮਹੀਨੇ ਬਾਅਦ ਹੀ ਨਹਾ ਲਿਆ ਕਰੋ, ਕੀ ਲੋੜ ਹੈ? ਕੱਪੜੇ ਮਹੀਨੇ ਬਾਅਦ ਹੀ ਧੋ ਲਿਆ ਕਰੋ, ਕੀ ਲੋੜ ਹੈ? ਰੋਟੀ ਮਹੀਨੇ ਬਾਅਦ 'ਚ ਇੱਕ ਵਾਰੀ ਖਾ ਲਿਆ ਕਰੋ, ਕੀ ਲੋੜ ਹੈ? ਤੇ ਆਪਾਂ ਕਹਾਂਗੇ ਕਿ ਰੋਜ਼ ਹੀ ਖਾਵਾਂਗੇ ਤਾਂ ਹੀ ਤੰਦਰੁਸਤ ਰਵਾਂਗੇ ਨਾ। ਰੋਜ਼ ਅਸੀਂ ਸਫਾਈ ਰੱਖਾਂਗੇ ਤਾਂ ਹੀ ਤੰਦਰੁਸਤ ਰਵਾਂਗੇ, ਘਰ ਰਹਿਣ ਦੇ ਯੋਗ ਤਾਂ ਹੀ ਹੋਵੇਗਾ ਨਾ। ਦੁਨਿਆਵੀ ਤੌਰ ਤੇ ਹਰ ਕੰਮ ਅਸੀਂ ਰੋਜ਼ ਕਰਦੇ ਹਾਂ, ਤੇ ਗੁਰਬਾਣੀ ਕਹਿੰਦੀ ਰੋਜ਼ ਪਰਮਾਤਮਾ ਦੇ ਪਿਆਰ ਜੋੜੋ, ਰੋਜ਼ ਸਤ ਸੰਗਤ ਵਿੱਚ ਆਓ, ਰੋਜ਼ ਗੁਰੂ ਕੀ ਬਾਣੀ ਪੜ੍ਹੋ। ਜਦੋਂ ਰੋਜ਼ ਗੁਰੂ ਕੀ ਬਾਣੀ ਪੜ੍ਹੋਗੇ, ਤੁਹਾਡੇ ਅੰਦਰ ਉਹ ਜਿਹੜੀ ਪਸ਼ੂ ਬਿਰਤੀ ਹੈ ਨਾ, ਇਹ ਗੁਰਬਾਣੀ ਕਹਿੰਦੀ ਕਰਤੂਤ ਪਸ਼ੂ ਕੀ ਮਾਨ ਜਾਤ, ਅੰਦਰ ਸਾਡੇ ਜਿਹੜੀ ਕਰਤੂਤ ਹੈ ਕਰਨੀ, ਉਹ ਅਜੇ ਪਸ਼ੂਆਂ ਵਾਲੀ ਹੈ। ਜਦੋਂ ਮਨੁੱਖ ਬਣ ਜਾਏਗਾ ਨਾ, ਫਿਰ ਮਨੁੱਖ ਦਾ ਤੇ ਕਿਸੇ ਨਾਲ ਵੈਰ ਕੋਈ ਨਹੀਂ, ਮਨੁੱਖ ਦਾ ਕਿਸੇ ਨਾਲ ਕੋਈ ਵੈਰ ਨਹੀਂ। ਮਨੁੱਖ ਕਦੀ ਲਾਲਚੀ ਨਹੀਂ ਹੁੰਦਾ, ਮਨੁੱਖ ਜਿਹੜਾ ਉਹ ਕਦੀ ਹੰਕਾਰੀ ਨਹੀਂ ਹੁੰਦਾ। ਜੇ ਹੰਕਾਰੀ ਹੈ, ਜੇ ਲਾਲਚੀ, ਤੇ ਮਨੁੱਖ ਨਹੀਂ। ਇਹ ਮਨੁੱਖੀ ਪੱਧਰ ਤੋਂ ਟਿੱਗੇ ਹੋਏ ਪੱਧਰ ਦੀ ਇੱਕ ਪਹਿਚਾਣ ਹੈ ਕਿ ਬੰਦਾ ਮਨੁੱਖਤਾ ਤੋਂ ਡਿੱਗ ਗਿਆ। ਆਪਾਂ ਕਹਿੰਦੇ ਇਹਦੇ 'ਚੋਂ ਤੇ ਇਨਸਾਨੀਅਤ ਹੀ ਖਤਮ ਹੋ ਗਈ। ਇਹ ਬੰਦਾ ਹੈ, ਇਹਦੇ 'ਚ ਦੇ ਅੰਦਰ ਕੋਈ ਇਨਸਾਨੀਅਤ ਹੀ ਨਹੀਂ ਹੈ। ਇਨਸਾਨੀਅਤ ਦਾ ਅਰਥ ਕਿ ਇਹਦੇ ਅੰਦਰੋਂ ਇਨਸਾਨੀਅਤ ਜਾਂ ਮਨੁੱਖਪੁਣਾ ਜਿਹੜਾ ਉਹ ਕਮਜ਼ੋਰ ਪੈ ਗਿਆ, ਮਰ ਗਿਆ, ਪਸ਼ੂਪੁਣਾ ਜਾਗ ਪਿਆ, ਪਸ਼ੂ ਬਿਰਤੀ ਜਾਗ ਪਈ ਹੈ। ਉਹ ਜਿਹੜੀ ਪਸ਼ੂ ਬਿਰਤੀ ਹੈ ਨਾ, ਉਹਨੂੰ ਮੇਟਣ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਤ ਸੰਗਤ ਦਿੱਤੀ ਸੀ। ਉਹਨੂੰ ਮੇਟਣ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਗੁਰਬਾਣੀ ਦਿੱਤੀ ਸੀ, ਔਰ ਗੁਰੂ ਸਾਹਿਬ ਜੀ ਨੇ ਇਹ ਕੁਝ ਕੀਤਾ। ਦੇਖੋ ਬਿਰਤੀ ਨੂੰ ਚੇਂਜ ਕਰਨਾ ਹੈ ਨਾ, ਇਹ ਕੁੱਤਾ ਉਵੇਂ ਮਾੜਾ ਨਹੀਂ, ਉਹ ਆਪਣੇ ਸੁਭਾਵ ਕਰਕੇ, ਉਹਦੇ ਕੁਝ ਔਗੁਣਾਂ ਦੀ ਗੱਲ ਕਰਕੇ ਉਹਨੂੰ ਮਾੜਾ ਕਿਹਾ, ਕਿਤੇ ਉਹਨੂੰ ਚੰਗਾ ਵੀ ਕਿਹਾ। ਕੁੱਤੇ ਦੀ ਉਦਾਹਰਣ ਵੀ ਦਿੱਤੀ ਹੈ ਚੰਗੇ ਪਾਸੇ ਤੋਂ। ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਜਿਹੜਾ ਵਫਾਦਾਰ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਤੂੰ ਵੀ ਰੱਬ ਦਾ ਵਫਾਦਾਰ ਬਣ ਜਾ, ਕੁੱਤੇ ਵਾਂਗੂ ਬਣ ਜਾ। ਕੁੱਤੇ ਦਾ ਚੰਗਾ ਪੱਖ ਵੀ ਲਿਆ ਹੈ, ਮਾੜੇ ਪੱਖ ਤੋਂ ਜਿੱਥੇ ਉਹ ਲਾਲਚੀ, ਉੱਥੇ ਉਹਨੂੰ ਲੋਭੀ ਕਹਿ ਕੇ
ਕੁੱਤਾ ਲੋਭੀ ਬੰਦੇ ਨੂੰ ਵੀ ਕੁੱਤਾ ਕਿਹਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਡੇ ਅੰਦਰ ਪਸ਼ੂ ਬਿਰਤੀ ਬਣੀ ਹੋਈ ਹੈ, ਰਿਛ ਦਾ ਅਰਥ ਸੀ ਕਿ ਉਹਦੀ ਬਿਰਤੀ ਸੀ ਪਕੜ ਦੀ, ਜਿੱਥੇ ਹੈ ਉਹਨੂੰ ਜੱਫਾ ਮਾਰ ਕੇ ਬੈਠ ਜਾਣਾ। ਇਸ ਬਿਰਤੀ ਨੂੰ ਖਤਮ ਕਰਨ ਦੇ ਲਈ ਸਤਿਗੁਰੂ ਜੀ ਨੇ ਗੁਰਦੁਆਰੇ ਬਣਾਏ, ਇਸ ਬਿਰਤੀ ਨੂੰ ਖਤਮ ਕਰਨ ਲਈ ਸਤ ਸੰਗਤ ਬਣਾਈ, ਇਸ ਬਿਰਤੀ ਨੂੰ ਖਤਮ ਕਰਨ ਲਈ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦੀ ਦਾਤ ਦਿੱਤੀ ਔਰ ਸਤਿਗੁਰੂ ਜੀ ਨੇ ਕੁਝ ਕੀਤਾ। ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹੀਏ ਨਾ, ਬੜੀਆਂ ਪਿਆਰੀਆਂ ਗਾਥਾਵਾਂ ਹੁੰਦੀਆਂ ਨੇ। ਸਤਿਗੁਰੂ ਜੀ ਨੇ ਮਨੁੱਖ ਨੂੰ ਬਦਲਿਆ ਕਿਵੇਂ ਹੈ। ਇੱਕ ਬਚਨ ਪੜ੍ਹਦੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਸਤਿਗੁਰੂ ਜੀ ਨੇ। ਇੱਕ ਤੇ ਪਸ਼ੂਆਂ ਤੋਂ ਮਨੁੱਖ ਬਣਾਉਣੇ ਨਾ, ਇੱਕ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ, ਰੱਬੀ ਰੂਪ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਦੀ ਇੱਕ ਗਾਥਾ ਵੀ ਹੁੰਦੀ ਕਿ ਕਰਤਾਰਪੁਰ ਸਾਹਿਬ ਜੀ ਵਿੱਚ ਸੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਆ ਰਹੀਆਂ ਨੇ ਤੇ ਹੋਰ ਮੱਤਾਂ ਦੇ ਲੋਕ ਵੀ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਲਈ ਆਉਂਦੇ ਨੇ। ਇੱਕ ਸਾਧੂਆਂ ਦੀ ਮੰਡਲੀ ਆ ਗਈ ਸਤਿਗੁਰੂ ਜੀ ਦੇ ਕੋਲ। ਉਹਨਾਂ ਦੇਖਿਆ ਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਜਿਹੜੇ ਸਿੱਖ ਨੇ ਉਹ ਕੰਮ ਕਰਦੇ ਸਨ, ਕਿਰਤੀ ਸਨ, ਸਾਰੇ ਦਿਨ ਵੇਲੇ ਕਿਰਤ ਕਰਨੀ, ਸਤ ਸੰਗਤ ਕਰਨੀ। ਹੁਣ ਕਿਰਤੀ ਬੰਦਾ ਜਿਹੜਾ ਮਿੱਟੀ ਘੱਟਾ ਲੱਗਣਾ, ਇੱਕ ਕੁਦਰਤੀ ਗੱਲ, ਜਿਹੜਾ ਲੰਗਰ 'ਚ ਸੇਵਾ ਕਰੇਗਾ, ਲੱਕੜਾਂ ਲਿਆਏਗਾ, ਬਾਲਣ ਲਿਆਏਗਾ, ਪਾਣੀ ਢੋਏਗਾ, ਮਿੱਟੀ ਘੱਟਾ ਤੇ ਲੱਗ ਜਾਣਾ ਕੁਦਰਤੀ ਗੱਲ ਹੈ। ਤੇ ਕਿਰਤੀ ਬੰਦਾ ਸਰੀਰਕ ਤੌਰ ਤੇ ਵੀ ਸਡੌਲ ਹੁੰਦਾ, ਤੰਦਰੁਸਤ ਹੁੰਦਾ, ਤਕੜਾ ਹੁੰਦਾ। ਹੁਣ ਧਰਮ ਦੀ ਦੁਨੀਆ 'ਚ ਤੇ ਇਹ ਗਿਣਿਆ ਗਿਆ ਹੈ ਕਿ ਜਿਹੜਾ ਭੁੱਖਾ ਰਹਿ ਕੇ ਸਰੀਰ ਨੂੰ ਹੱਡੀਆਂ ਦੀ ਮੁੱਠ ਬਣਾ ਲਿਓ ਬੜਾ ਤਗੜਾ ਸੰਤ ਹੈ। ਇਹੀ ਹੈ ਨਾ। ਜਿਹੜਾ ਸਿਰ 'ਚ ਸਵਾਹ ਪਾ ਲਿਓ ਉਹ ਬੜਾ ਤਗੜਾ ਭਗਤ ਹੈ। ਜਿਹੜਾ ਧੂਣੀਆਂ ਤਾ ਕੇ ਸਰੀਰ ਨੂੰ ਕਮਜ਼ੋਰ ਜਿਹਾ ਕਰ ਲੈਣਾ, ਕਹਿੰਦੇ ਜੀ ਬੜੀ ਬੰਦਗੀ ਹੈ। ਪਰ ਗੁਰਮਤਿ ਨੇ ਇਹਨੂੰ ਕੋਈ ਮਾਨਤਾ ਨਹੀਂ ਦਿੱਤੀ। ਗੁਰਮਤਿ ਨੇ ਸੇਵਾ ਨੂੰ ਮਾਨਤਾ ਦਿੱਤੀ ਹੈ। ਸਾਨੂੰ ਪਸ਼ੂ ਬਿਰਤੀ ਤੋਂ ਉੱਚੇ ਉੱਠਣ ਦੇ ਲਈ ਸਤਿਗੁਰੂ ਜੀ ਨੇ ਜੋ ਦਿੱਤਾ ਸੀ ਮਾਰਗ, ਉਹ ਸੀ ਸੇਵਾ ਦਾ ਮਾਰਗ, ਉਹ ਸੀ ਸਤ ਸੰਗਤ ਦਾ ਮਾਰਗ। ਗੁਰਸਿੱਖਾਂ ਨੂੰ ਜਦੋਂ ਦੇਖਿਆ ਤੇ ਇਹਨਾਂ ਨੇ ਇੱਕ ਬੰਦਾ ਕਹਿਣ ਲੱਗਾ ਕਿ ਗੁਰੂ ਸਾਹਿਬ ਨੇ ਇੱਥੇ ਸਾਨ ਹੀ ਪਾਲੇ ਹੋਏ ਨੇ, ਸਾਨ ਪਸ਼ੂ ਪਾਲੇ ਹੋਏ ਨੇ। ਕਿਉਂਕਿ ਗੁਰਸਿੱਖ ਸਰੀਰਕ ਤੌਰ ਤੇ ਤੰਦਰੁਸਤ ਕੰਮ ਕਰਨ ਵਾਲੇ, ਤੇ ਆਮ ਆਪਾਂ ਕਿਰਤੀ ਬੰਦਿਆਂ ਨੂੰ ਕਹਿੰਦੇ ਤੇ ਪਸ਼ੂ ਬਣਿਆ ਰਹਿੰਦਾ। ਸਾਡੀ ਆਮ ਕਹਾਵਤ ਹੀ ਹੈ, ਮਿੱਟੀ ਘੱਟੇ ਨਾਲ ਲਿਬੜਿਆ ਪਗਿਆ ਤੂੰ ਤੇ ਪਸ਼ੂ ਬਣਿਆ ਫਿਰਦਾ। ਕਿਸੇ ਸਿੱਖ ਨੇ ਸੁਣ ਲਿਆ, ਕਹਿਣ ਲੱਗੇ ਨਹੀਂ ਇਹ ਗੱਲ ਨਹੀਂ, ਰਹਿ ਕੇ ਤਾਂ ਦੇਖੇ ਕੌਣ ਨੇ ਲੋਕ। ਉਹ ਬੰਦਾ ਇੱਕ ਦੋ ਦਿਨ ਰਿਹਾ, ਉਹਨੇ ਦੇਖਿਆ ਕਿ ਉਹ ਲੋਕਾਂ ਦਾ ਤਾਂ ਸੁਭਾਅ ਹੀ ਬੜਾ ਵਧੀਆ, ਆਏ ਗਏ ਨੂੰ ਬੜਾ ਮਿੱਠਾ ਬੋਲਦੇ ਨੇ, ਸੇਵਾ ਬੜੀ ਕਰਦੇ ਨੇ। ਤੇ ਦੂਜੇ ਇੱਕ ਦਿਨ ਕਹਿਣ ਲੱਗਾ ਕਿ ਮਹਾਰਾਜ ਨੇ ਤੇ ਬੜੇ ਭਲੇ ਲੋਕ ਰੱਖੇ ਨੇ ਇੱਥੇ। ਉਹ ਗੁਰਸਿੱਖ ਕਹਿਣ ਲੱਗਾ ਨਹੀਂ ਕੁਝ ਹੋਰ ਠਹਿਰਿਆ। ਉਹਨਾਂ ਦੀ ਸੇਵਾ ਭਾਵਨਾ, ਆਏ ਗਏ ਦੇ ਨਾਲ ਕਿੰਨਾ ਵਧੀਆ ਵਿਹਾਰ ਕਰਦੇ ਨੇ, ਬੋਲ ਚਾਲ ਕਿੰਨਾ ਵਧੀਆ ਹੈ, ਪਰਮਾਤਮਾ ਦੀ ਬੰਦਗੀ ਕਰਦੇ ਨੇ। ਤੇ ਕਹਿਣ ਲੱਗਾ ਰੱਬ ਮਹਾਰਾਜ ਨੇ ਤੇ ਇੱਥੇ ਤੇ ਦੇਵਤੇ ਹੀ ਰੱਖੇ ਹੋਏ ਨੇ। ਉਹ ਗੁਰਸਿੱਖ ਕਹਿਣ ਲੱਗਾ ਕੁਝ ਹੋਰ ਠਹਿਰ, ਤੂੰ ਅਜੇ ਸਮਝ ਨਹੀਂ ਸਕਿਆ ਇੱਥੇ ਕੌਣ ਹੈ। ਆਖਰ ਉਹਨੇ ਦੇਖਿਆ ਉਹਨਾਂ ਦੀ ਭਾਵ ਭਗਤੀ, ਉਹਨਾਂ ਦਾ ਬੋਲ ਚਾਲ, ਉਹਨਾਂ ਦਾ ਵਰਤੋਂ ਵਿਹਾਰ, ਆਏ ਗਏ ਨੂੰ ਕਿਵੇਂ ਬਜ਼ੁਰਗਾਂ ਦੀ ਸੇਵਾ ਕਰਦੇ ਨੇ, ਲੰਗਰ 'ਚ ਕਿੰਨੇ ਚਾਅ ਨਾਲ ਸੇਵਾ ਕਰਦੇ ਨੇ। ਤੇ ਉਹਦੇ ਮੁਖ ਤੋਂ ਗੱਲ ਨਿਕਲੀ ਕਿ ਇੱਥੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਵਰਗੇ ਬੰਦੇ ਰੱਖੇ ਨੇ, ਕਰਤਾਰੀ ਜੀਵ ਰੱਖੇ ਹੋਏ ਨੇ, ਰੱਬ ਵਰਗੇ। ਉਸ ਪਸ਼ੂ ਬਿਰਤੀ ਨੂੰ ਮੇਟ ਕੇ ਸਾਨੂੰ ਸਾਡੇ ਸਤਿਗੁਰੂ ਜੀ ਰੱਬ ਵਰਗੇ ਬਣਾਉਣਾ ਚਾਹੁੰਦੇ ਨੇ। ਪਸ਼ੂ ਬਿਰਤੀ ਸਾਡੇ ਅੰਦਰ ਭਾਰੂ ਹੈ। ਦੇਖੋ ਗੁਰੂ ਸਾਹਿਬਾਂ ਨੇ ਸਾਨੂੰ ਸਤ ਸੰਗਤ ਦਿੱਤੀ, ਗੁਰਦੁਆਰੇ ਦਿੱਤੇ, ਗੁਰਬਾਣੀ ਦਿੱਤੀ। ਤੇ ਅਸੀਂ ਗੁਰੂ ਸਾਹਿਬਾਂ ਦੇ ਵੇਲੇ ਦਾ ਹੀ ਇਤਿਹਾਸ ਪੜ੍ਹਦੇ ਹਾਂ। ਉਦੋਂ ਵੀ ਤੇ ਇਹੋ ਜਿਹੇ ਹੋਏ ਨੇ ਜਿਹੜੇ ਪਸ਼ੂ ਬਿਰਤੀ ਤੋਂ ਉੱਚੇ ਨਾ ਉੱਠ ਸਕੇ। ਗੱਲ ਕੱਲੀ ਭਾਈ ਸੋਭਾ ਰਾਮ ਦੀ ਨਹੀਂ ਹੈ ਕਿ ਸੋਭਾ ਰਾਮ ਜਿਹੜਾ ਉਹਨੂੰ ਕਹਿੰਦੇ ਕਿ ਰਿਛ ਬਣ ਗਿਆ ਮਰਨ ਤੋਂ ਬਾਅਦ, ਗੱਲ ਉਹਦੀ ਨਹੀਂ ਹੈ। ਹੋਰ ਬੜੀਆਂ ਉਦਾਹਰਣਾਂ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਜਾਂਦੇ ਨੇ ਬਾਬਾ ਬਕਾਲਾ ਸਾਹਿਬ ਤੋਂ। ਤੇ ਉੱਥੇ ਜਿਹੜੇ ਬੈਠੇ ਸਨ ਜਫੇ ਮਾਰ, ਉਹਨਾਂ ਨੇ ਸਤਿਗੁਰੂ ਜੀ ਨੂੰ ਜਾਣ ਹੀ ਨਹੀਂ ਦਿੱਤਾ। ਇਹ ਗੁਰੂ ਸਾਹਿਬ ਦੇ ਵੇਲੇ ਦੀ ਘਟਨਾ ਹੈ ਨਾ। ਉਹ ਲੋਕੀ ਹਰਿਮੰਦਰ ਸਾਹਿਬ ਜੀ ਵਿੱਚ ਰਹਿ ਕੇ ਵੀ ਆਪਣੀ ਇਸ ਬਿਰਤੀ ਤੋਂ ਉੱਚੀ ਨਾ ਉੱਠ ਸਕੇ, ਜਿਹਨੂੰ ਆਪਾਂ ਕਹਿੰਦੇ ਰਿਛ ਵਾਲਾ ਜੱਫਾ, ਕਿ ਇਹ ਸਾਡਾ ਹੀ ਥਾਂ, ਇੱਥੇ ਹੋਰ ਕੋ ਆ ਹੀ ਨਹੀਂ ਸਕਦਾ, ਇੱਥੇ ਸਾਡਾ ਹੀ ਪ੍ਰਬੰਧ, ਇੱਥੇ ਕੋਈ ਵੜ ਨਹੀਂ ਸਕਦਾ। ਇਹਦਾ ਮਤਲਬ ਕਿ ਗੁਰੂ ਸਾਹਿਬ ਜੀ ਵੇਲੇ ਹੋਰ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ। ਗੁਰੂ ਸਾਹਿਬ ਜੀ ਦੀ ਵਿਰੋਧਤਾ ਲੋਕਾਂ ਨੇ ਕੀਤੀ, ਜਾਂ ਗੁਰੂ ਸਾਹਿਬ ਜੀ ਦੇ ਨਾਲ ਵਾਦ ਵੀ ਕੀਤਾ। ਗੁਰਸਿੱਖਾਂ ਹੁਣ ਧੀਰ ਮੱਲ ਹੈ, ਬਾਬਾ ਰਾਮ ਰਾਏ ਹੈ, ਬਾਬਾ ਪ੍ਰਿਥੀ ਚੰਦ ਹੈ। ਜਿਸ ਪੱਧਰ ਤੇ ਸਤਿਗੁਰੂ ਜੀ ਲਿਜਾਣਾ ਚਾਹੁੰਦੇ ਨੇ ਗੁਰਸਿੱਖ ਨੂੰ, ਉਸ ਪੱਧਰ ਤੇ ਪਹੁੰਚ ਤੇ ਨਾ ਸਕੇ। ਬਿਰਤੀ ਤੇ ਉਹੀ ਹੈ ਨਾ ਜੱਫਾ ਮਾਰਨ ਵਾਲੀ, ਜਿਵੇਂ ਰਿਛ ਦਾ ਜੱਫਾ ਹੁੰਦਾ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਨਾ ਕਿ ਸੋਭਾ ਰਾਮ ਨੂੰ ਕਿ ਇਹ ਰਿਛ ਤੇਰਾ ਬਾਪ ਸੋਭਾ ਰਾਮ ਹੈ, ਉੱਥੇ ਸਤਿਗੁਰੂ ਜੀ ਦਾ ਕਹਿਣ ਦਾ ਭਾਵ ਇਹ ਹੋ ਸਕਦਾ ਹੈ
कि वो जिथे बैठा सी जफा मार के बैठा है, वो देग नूं ही जफा मार के बैठ गया, अपनी मर्जी अनुसार देनी नहीं तो नहीं देनी। जिथे भी कोई बंदा भावें वो रुतबा है, भावें वो कोई चीज़ है, जे ਉਹਦੇ ਤੇ पकड़ बना बैठा है तो बिरती रिछ वाली है, जे बंदा ਉਹਦੇ ਲਈ लोभ कर दे तो बिरती कुत्ते वाली है। इस तरीके दे नाल गुरबाणी च वख-वख बिरती का जिक्र किया है तो सतगुरु सच्चे पातशाह जी ने उस बिरती तो उच्चे उठाउण लई सानू दित्ती सी गुरबाणी कि गुरसिख सत संगत विच आए, गुरसिख गुरबाणी सुने, गुरसिख गुरबाणी रोज़ पढ़े, गुरसिख रोज़ वाहिगुरू जी का सिमरन करे। हुण वाहिगुरू जी का सिमरन करदियां करदियां अंदरों ये जिहड़ी पशु बिरती है मिटदी जाए। देखो हर मनुख दे अंदर पशु ने कोई ना कोई तो रहना ही है। जदों असीं कहने कि गुरु साहिब जी ने सानू शेर बना दिता, वो शेर एक बिरती है ना। कलगीधर पातशाह जी ने कहा सी कि जिनकी जात और कुल माही, सरदारी ने पहिक दाई, इन ही को सरदार बनाऊं, राज करने की नीस गाऊं, चिड़ियों से मैं बाज तड़ाऊं, 1.25 से एक लड़ाऊं। हुण सिख नूं शेर वाली बिरती दे दी। जफरनामे सतगुरु जी ने लिखी जदों चिट्ठी रंगजेब नूं, उत्थे सतगुरु जी एक गल उचेचे तौर पर कहते की होया जे गिद्दड़ा ने शेर दे 4 बच्चे मार दिते ने, शेर दे 4 बच्चे, उत्थे शेर दे 4 बच्चे के है तो कहते मेरा गुरु का खालसा जिहड़ा जे शेर वांगू गजदा पिया। जदों कलगीधर पातशाह चमकौर जाते ने तो विद्वान लिखते सिंह इवें निकल जिवें शेर नहीं घुरनियां चों निकलते। सतगुरु जी ने सानू सिंह नाम दिता है। सिंह सिंह एक बिरती है, शरीर नहीं, सिंह एक बिरती है। ਇਹਦਾ मतलब कि इत्थे भी हुण शेर भी तो एक पशु ही है ना, पर जिहड़ी ਉਹਦੀ वधिया बिरती ਉਹਦਾ जिक्र किया होया है। जदों सतगुरु जी कहते कि ये शोभा राम है, ये रिछ बन गया है, ਉਹਦਾ अर्थ ये सी कि ਉਹਦੀ बिरती जिहड़ी सी ਉਹ रिछ वर्गी सी, रिछ वर्गा सुभाव सी। और जिहो जिहा सुभाव होएगा बंदा उहो जिहा बनेगा ना। हुण सुभाव नूं बदलण दे लई साडी इस किरत नूं जिन्हां आपां कहने संस्कारां नूं बदलण दे लई सानू साडे सतगुरु जी ने गुरबाणी दिती है, सत संगत दिती है कि रोज़ सत संगत करिए। असी कई बार सोचते हाँ क्योंकि असी जो सत संगत की महानता है जां जो गुरबाणी का वडप्पण है उन्होंने उस तह तक पहुँच नहीं सके जिथे तक पहुँचना चाहिए सी, ना असी समझा सके तो ना समझ सके। यही कारण है हुण गुरु साहिबां दे वेले जिवें सत संगत सी, अज तो असी 20 साल 30 साल 50 साल पहला अपने बजुर्गों का सत संगत नाल जदों प्यार देखते हैं, हुण वो प्यार लभना औखा जिहा हुंदा जा रहा है। हुण वो रूहां जां उस पद्धर ते सत संगत दे विच इकट्ठ देखने बड़े मुश्किल जे हुंदे जा रहे हैं। गुरुद्वारे साडे वड्डे ने, इहदे च कोई शक नहीं, पक्के भी बन गए ने, सोहणे भी बन गए ने, खुले भी बन गए ने, एसी भी लग गए ने। पर गुरुद्वारियां च वो चाह लैके जो संगत आउंदी सी, उमाह लैके जो संगत जुड़दी सी, वो चाह उमाह जिहड़ा लभना दुर्लभ हुंदा जा रहा है, औखा हुंदा जा रहा है। उहदा कारण यह है कि सत संगत किस काम लई सी, काहदे लई सी, दी महानता की सी, इनू असी समझते समझा ना सके। हुण ते असी देखते चलो वधिया जिहा जथा आएगा तो तां ही आवांगे। हुण साडे कोल सिर्फ एक कंन रस रह गया, मतां सोचना कि असी उदण कीर्तन सुन लई आए हाँ जी, सदके जी आया नूं बड़ी चंगी गल है, पर कीर्तन तो रोज़ हुंदा है, कीर्तन तो रोज़ हुंदा है, कोई एक जथा ही थोड़ा करदा कीर्तन, कीर्तन तो रोज़ हुंदा है, सत संगत तो रोज़ हुंदी है। असी सिर्फ इत्थे तक सीमित हो गए कि असी उस जथे नूं सुनना है, असी उस थां दे जथे नूं सुनना है, असी उन्हों ही सुनना है। असी ना वंडे गए, साडी वो बिरती उस पासे नूं जो गुरबाणी की महानता सी उन्होंने समझ ना सकी। हुण जिवें एक हिंदू अपनी मत की गल सुन के खुश हुंदा है, एक मुसलमान अपने मत तो बिना दूजी गल सुन के खुश नहीं हुंदा, अपनी गल सुनदा है। असी अपनी गल सुनना चाहुंदे हां तो जदों असी अपने अपने मत विच आ जन्ने हां उत्थे भी असी कहने कि असीं फलाणे नूं ही सुनना है, फलाणे नूं सुनना है। कई तो संगत विच बैठे पर्चियां लिख के देण गया ही शब्द सानूं सुना दिओ, वो बाकी जिवें उन्हां नूं चंगे ही नहीं लगदे। ये बिरती एक सरोते वाली नहीं है, ये कुछ असीं समझण जां बनण लई नहीं उत्थे आउंदे। उत्थे ते असीं सिर्फ जो कुछ है उहो जे रहण लई आउंदे, बदलना असीं चाहुंदे ही नहीं है, बदलने नहीं आउंदे। और गुरबाणी जां सत संगत सानू साडे सतगुरु जी ने बदलण लई दित्ती सी कि साडे सुभाव बदल जाण, साडे अंदर कुछ ना कुछ तब्दीली आए। और गुरु साहिब जी ने तब्दीली लियांदी। देखो गुरु नानक साहिब जी दे वेले दा समाज, उस वेले दा समाज किहो जिहा सी, हमलावर आउंदे सन, लुटदे सन, कुटदे सन। और ये साडा ये जिहड़ा खिता है इहदे ते बहुत वड्डा जुल्म हुंदा सी। गुरु साहिब जी ने गुरबाणी दे राहीं
ਸਤ ਸੰਗਤ ਦੇ ਰਾਹੀਂ ਸਮਾਜ ਨੂੰ ਬਦਲ ਦਿੱਤਾ। ਇਸੇ ਹੀ ਸਮਾਜ ਦੇ ਵਿੱਚੋਂ ਦੇਵਤੇ ਪੈਦਾ ਕਰ ਦਿੱਤੇ, ਸੂਰਮੇ ਪੈਦਾ ਕਰਤੇ, ਸੰਤ ਸਿਪਾਹੀ ਪੈਦਾ ਕਰ ਦਿੱਤੇ। ਇਸੇ ਸਮਾਜ 'ਚੋਂ ਵੱਡੇ ਵੱਡੇ ਸਿੰਘ ਸੂਰਮੇ ਪੈਦਾ ਕੀਤੇ, ਸ਼ੇਰ ਪੈਦਾ ਕਰ ਦਿੱਤੇ। ਇਹ ਕਰਾਮਾਤ ਸਤ ਸੰਗਤ ਦੀ ਹੈ। ਮਤਾਂ ਸੋਚਣਾ ਕਿ ਕਿਤੇ ਛੂ ਮੰਤਰ ਮਾਰਿਆ ਸਭ ਕੁਝ ਹੋ ਜਾਂਦਾ ਹੈ। ਇਹ ਕਰਾਮਾਤ ਸਤ ਸੰਗਤ ਦੀ ਹੈ। ਇਹ ਕਰਾਮਾਤ ਗੁਰਬਾਣੀ ਦੀ, ਜਿਹੜੀ ਰੋਜ਼ ਸਾਨੂੰ ਸਾਡੇ ਸਤਿਗੁਰੂ ਜੀ ਨੇ ਪੜ੍ਹਨ ਦੇ ਲਈ ਕਿਹਾ। ਗੁਰੂ ਸਾਹਿਬ ਜੀ ਨੇ ਇਹ ਗੁਰੂ ਸਥਾਨ ਜਾਂ ਇਹ ਸਤ ਸੰਗਤ ਜਾਂ ਇਹ ਗੁਰੂ ਕੀ ਪਵਿੱਤਰ ਬਾਣੀ ਕਥਾ ਕੀਰਤਨ ਸਾਨੂੰ ਦਿੱਤੀ ਸੀ ਕਿ ਅਸੀਂ ਜ਼ਿੰਦਗੀ ਅੰਦਰੋਂ ਬਦਲ ਸਕੀਏ, ਸਾਡੇ ਅੰਦਰ ਕੋਈ ਤਬਦੀਲੀ ਆਏ। ਪਰ ਗੱਲ ਉਹੀ ਸੋਭਾ ਰਾਮ ਵਾਲੀ ਹੋਈ। ਗੱਲ ਕਿਹੜੀ ਹੋਈ? ਜਿੱਥੇ ਵੀ ਕੋਈ ਬੈਠਾ ਉੱਥੇ ਜੱਫਾ ਹੀ ਮਾਰ ਕੇ ਬੈਠ ਗਿਆ। ਭਾਵੇਂ ਉਹ ਧਰਮ ਸਥਾਨਾਂ ਦੇ ਪ੍ਰਬੰਧ ਦੀ ਗੱਲ ਇਕੱਲਾ ਇਹ ਹੀ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਜੱਫਾ ਮਾਰ ਕੇ ਬੈਠੇ ਸਨ, ਉਦੋਂ ਜ਼ਿਆਦਾ ਜੱਫੇ ਮਾਰ ਆਏ ਬੈਠੇ ਨੇ। ਜਿੱਥੇ ਜਿੱਥੇ ਕਿਸੇ ਦਾ ਦਾਅ ਲੱਗਦਾ ਹੈ, ਜਾਇਜ਼ ਨਾਜਾਇਜ਼ ਤਰੀਕੇ ਨਾਲ ਹਰ ਕੋਈ ਚਾਹੁੰਦਾ ਕਿ ਮੇਰਾ ਜੱਫਾ ਹੀ ਇੱਥੇ ਬਣਿਆ ਰਹੇ, ਹੋਰ ਕੋ ਆਏ ਨਾ। ਉਹ ਬਿਰਤੀ ਜਿਹੜੀ ਰਿਸ਼ ਵਾਲੀ ਸੀ ਨਾ, ਉਹ ਅੱਜ ਬੜੀ ਭਾਰੂ ਹੈ। ਰਿਸ਼ ਦਾ ਅਰਥ ਹੈ ਕਿ ਰਿਸ਼ ਵਾਲਾ ਜੱਫਾ ਪਕੜ ਛੱਡਣੀ ਨਹੀਂ। ਕਿ ਉਹ ਤੇ ਬਿਰਤੀ ਉਵੇਂ ਹੀ ਪ੍ਰਬਲ ਹੈ, ਕੱਲੀ ਸੋਭਾ ਰਾਮ ਦੀ ਥੋੜੋ ਸੀ, ਉਹ ਤੇ ਸਾਡੀ ਸਾਰਿਆਂ ਦੀ ਹੈ। ਜਿੱਥੇ ਵੀ ਬੈਠੇ ਆ, ਮੈਂ ਵੀ ਸੋਚਦਾ ਜਿੱਥੇ ਮੈਂ ਬੈਠਾ ਦੀ ਪਕੜ ਬਣੀ ਰਹੇ। ਭਾਵੇਂ ਕੋਈ ਪ੍ਰਬੰਧ ਦੀ ਗੱਲ ਹੈ, ਭਾਵੇਂ ਕਿਸੇ ਸਥਾਨ ਦੀ ਗੱਲ ਹੈ, ਸਿਸਟਮ ਦੀ ਗੱਲ ਹੈ, ਉਹ ਬਿਰਤੀ ਬਦਲੀ ਨਾ। ਸਤਿਗੁਰੂ ਜੀ ਨੇ ਉਹ ਸਾਨੂੰ ਬਿਰਤੀ ਬਦਲਣ ਲਈ ਦਿੱਤੀ ਸੀ। ਉਹ ਇਹ ਸਤ ਸੰਗਤ ਜਾਂ ਗੁਰਬਾਣੀ ਇਸੇ ਕੰਮ ਲਈ ਦਿੱਤੀ ਸੀ। ਪਰ ਇਹ ਕਦੋਂ ਬਦਲੇਗੀ? ਜਦੋਂ ਸਤਿਗੁਰੂ ਜੀ ਗੁਰਬਾਣੀ ਪੜ੍ਹਦੇ ਆ, ਸਤਿਗੁਰੂ ਜੀ ਨੂੰ ਪਾਰਸ ਕਿਹਾ ਗਿਆ, ਸਤਿਗੁਰੂ ਜੀ ਨੂੰ ਚੰਦਨ ਕਿਹਾ ਗਿਆ, ਹੋਰ ਬੜੀਆਂ ਵਡਿਆਈਆਂ ਗੁਰੂ ਕੀ ਵਡਿਆਈ ਵਿੱਚ ਕੀਤੀਆਂ ਨੇ। ਹੁਣ ਪਾਰਸ ਦੇ ਨਾਲ ਕੋਈ ਧਾਤ ਜਿਹੜੀ ਹੈ ਉਹ ਸੋਨਾ ਤੇ ਤਾਂ ਹੀ ਬਣੇਗੀ ਜਿਹਨੇ 'ਚ ਪਾਰਸ ਨੂੰ ਸਪਰਸ਼ ਕਰੇਗੀ, ਜੇ ਪਾਰਸ ਨੂੰ ਟੱਚ ਕਰੇਗੀ। ਹੁਣ ਪਾਰਸ ਨੂੰ ਜੇ ਸਪਰਸ਼ ਨਹੀਂ ਕੀਤਾ, ਦੂਰ ਪਿਆ ਥੋੜੋ ਕੋਈ ਉਹ ਧਾਤ ਜਿਹੜੀ ਹੈ ਬਦਲ ਜਾਏਗੀ, ਨਹੀਂ ਬਦਲ ਸਕਦੀ। ਚੰਦਨ ਦੇ ਨੇੜੇ ਰਹਿ ਕੇ ਕੋਈ ਬਨਸਪਤੀ ਚੰਦਨ ਬਣ ਸਕਦੀ ਹੈ ਨਾ, ਉਵੇਂ ਤਾਂ ਨਹੀਂ ਨਾ ਬਣ ਸਕਦੀ। ਉਹਦੇ 'ਚ ਸੁਗੰਧੀ ਤਾਂ ਹੀ ਆਏਗੀ। ਬਿਲਕੁਲ ਇੱਦਾਂ ਸਾਡੀ ਅੰਦਰ ਤਬਦੀਲੀ ਤੇ ਤਾਂ ਆਏਗੀ ਨਾ ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਜੁੜੇਗੀ। ਦੇਖੋ ਗੁਰੂ ਦੇ ਦਰ ਤੇ ਕੋਈ ਰਹਿੰਦਾ ਹੈ, ਉਹ ਭਾਗਾਂ ਵਾਲਾ ਹੈ, ਮੁਬਾਰਕ ਹੈ, ਬੜੀ ਚੰਗੀ ਗੱਲ ਹੈ। ਪਰ ਜੇ ਗੁਰੂ ਦੇ ਦਰ ਤੇ ਰਹਿ ਕੇ ਵੀ ਗੁਰੂ ਕੀ ਬਾਣੀ ਨਾ ਸੁਣ ਸਕਿਆ, ਮੇਰੇ ਵਰਗੇ ਬਹੁਤ ਨੇ, ਲੋੜ ਪਈ ਤੇ ਆ ਗਏ, ਨਹੀਂ ਤੇ ਆਏ ਹੀ ਨਾ, ਕੋਲ ਬੈਠ ਕੇ ਵੀ ਗੱਲਾਂ ਹੀ ਕਰਦੇ ਰਹੇ। ਹੁਣ ਸਤ ਸੰਗਤ ਇੰਨਾ ਪਵਿੱਤਰ ਸਥਾਨ ਹੈ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਸੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਉੱਦਾਂ ਸੀ ਕਿ ਨੇ ਬੜੇ ਧਾਰਮਿਕਾਂ ਸੀ ਤਾਂ ਰੱਬ ਨੂੰ ਬੜਾ ਚੇਤੇ ਕਰਦੇ ਹਾਂ। ਹੁਣ ਸਾਡਾ ਕੋਈ ਬੜਾ ਸਤਿਕਾਰਯੋਗ ਜਾਂ ਅਸੀਂ ਕਿਸੇ ਵੱਡੇ ਅਫਸਰ ਦੇ ਦਫ਼ਤਰ ਹੀ ਚਲੇ ਜਾਈਏ, ਮੰਨ ਲਓ ਕਿਸੇ MLA ਦਫ਼ਤਰ, ਕਿਸੇ ਦੇ ਆਪਾਂ ਹਾਕਮ ਦੇ ਦਫ਼ਤਰ ਚਲੇ ਜਾਈਏ, ਉੱਥੇ ਜਾ ਕੇ ਅਸੀਂ ਨਹੀਂ ਕੋਈ ਇੰਨੀ ਲਾਪਰਵਾਹੀ ਕਰਦੇ ਹਾਂ। ਉੱਥੇ ਤਾਂ ਬੜੇ ਟੈਨਸ਼ਨ ਹੁੰਦੇ, ਸਾਡੇ ਕੱਪੜੇ ਬੜੇ ਵਧੀਆ ਹੁੰਦੇ ਨੇ ਤੇ ਅਸੀਂ ਬੜਾ ਐਦਾਂ ਕਿਤੇ ਹਿਲ ਜੁਲ, ਕਿਤੇ ਨਾਰਾਜ਼ ਹੀ ਨਾ ਹੋ ਜਾਏ, ਕੋਈ ਗੱਲ ਸਾਡੀ ਇਹਨੂੰ ਕੋਈ ਬੁਰੀ ਨਾ ਲੱਗੇ। ਸਾਡਾ ਬੋਲ ਚਾਲ ਕਿੱਦਾਂ ਦਾ ਹੁੰਦਾ, ਉੱਥੇ ਅਸੀਂ ਪ੍ਰਭਾਵ ਵਧੀਆ ਪਾਉਣਾ ਚਾਹੁੰਦੇ ਨਾ। ਤੇ ਜਦੋਂ ਗੱਲ ਆਉਂਦੀ ਸਤ ਸੰਗਤ ਦੀ, ਗੁਰਬਾਣੀ ਤੇ ਕਹਿੰਦੀ ਇੱਥੇ ਪ੍ਰਮਾਤਮਾ ਵਸਦਾ ਹੈ। ਚਲੋ ਪ੍ਰਮਾਤਮਾ ਤੇ ਵਸਦਾ, ਗੁਰਬਾਣੀ ਕਹਿੰਦੀ ਆਪਾਂ ਗੁਰੂ ਦੀ ਹਜ਼ੂਰੀ 'ਚ ਤਾਂ ਆਏ ਆ ਨਾ। ਹੁਣ ਗੁਰੂ ਕੀ ਹਜ਼ੂਰ 'ਚ ਵੀ ਕੀ ਉਨੀ ਟੈਨਸ਼ਨ ਨਾਲ ਆਪਾਂ ਆਉਂਦੇ ਹਾਂ, ਉਨੀ ਸਾਵਧਾਨੀ ਨਾਲ ਆਉਂਦੇ ਹਾਂ, ਉਨੀ ਸਾਵਧਾਨੀ ਨਾਲ ਬੈਠਦੇ ਹਾਂ, ਉਨੀ ਸਾਵਧਾਨੀ ਨਾਲ ਸੁਣਦੇ ਹਾਂ। ਜੇ ਸੁਣਦੇ ਹਾਂ ਤੇ ਯਕੀਨਨ ਤਬਦੀਲੀ ਆਏਗੀ। ਜੇ ਨਹੀਂ ਆਈ, ਇਹਦਾ ਮਤਲਬ ਅਸੀਂ ਉਨੀ ਅਜੇ ਸਾਵਧਾਨਤਾ ਵਰਤ ਨਹੀਂ ਸਕੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਜੋ ਸਤ ਸੰਗਤ ਦਿੱਤੀ ਹੈ, ਸਤ ਸੰਗਤ ਉਹ ਸਥਾਨ ਹੈ ਜਿਹਨੇ ਸਾਡੀ ਘਾਟ ਕਰਨੀ ਹੈ। ਗੁਰਬਾਣੀ ਸ਼ਬਦ ਦੀ ਟਕਸਾਲ ਜਿਹਨੇ ਸਾਡੀ ਜ਼ਿੰਦਗੀ ਨੂੰ ਬਦਲਣਾ ਹੈ, ਔਰ ਬਦਲਿਆ ਗੁਰਬਾਣੀ ਨੇ। ਦੇਖੋ ਨਾ, ਵੱਡੇ ਵੱਡੇ ਜਿਹੜੇ ਡਾਕੂ ਸਨ ਉਹ ਵੱਡੇ ਵੱਡੇ ਭਗਤ ਬਣ ਗਏ, ਵੱਡੇ ਵੱਡੇ ਜਿਹੜੇ ਚੋਰ ਸਨ ਉਹ ਵੱਡੇ ਵੱਡੇ ਪ੍ਰਚਾਰਕ ਬਣ ਗਏ, ਵੱਡੇ ਵੱਡੇ ਠੱਗ ਸਨ ਜਿਹੜੇ ਉਹ ਵੱਡੇ ਵੱਡੇ ਸੰਤ ਬਣ ਗਏ। ਇਹ ਇਤਿਹਾਸ ਹੈ ਸਾਡਾ, ਇਹ ਕੋਈ ਗੱਪਾਂ ਨਹੀਂ ਹੈ ਜਾਂ ਕਪੋਲ ਕਲਪਨਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਦਾ ਸ਼ਬਦ ਪੜ੍ਹਦੇ ਨੇ ਤੇ ਜਿਹਨੂੰ ਆਪਾਂ ਸੱਜਣ ਠੱਗ ਕਹਿੰਦੇ ਆ, ਜਿਹੜਾ ਬਾਹਰੋਂ ਚਿੱਟੇ ਕੱਪੜੇ ਨੇ, ਧਰਮਸਾਲ ਬਣਾਈ ਹੈ, ਆਏ ਗਏ ਦੀ ਭਾਉ ਭਗਤੀ ਸੇਵਾ ਬੜੀ ਕਰਦਾ ਹੈ, ਲੰਗਰ ਪਾਣੀ ਵਧੀਆ ਛਕਾਉਂਦਾ ਹੈ, ਪਰ ਰਾਤ ਨੂੰ ਲੁੱਟਦਾ ਤੇ ਮਾਰ ਕੇ ਖੂਹ ਸੁੱਟ ਦਿੰਦਾ। ਕਿੰਨਾ ਘਾਤਕ, ਕਿੰਨਾ ਖਤਰਨਾਕ ਬੰਦਾ ਹੈ। ਲੇਕਿਨ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਪਰਸੇ, ਗੁਰੂ ਕੀ ਪਵਿੱਤਰ ਬਾਣੀ ਇਹਦੀ ਸੁਰਤ ਵਿੱਚ ਵੱਜੀ, ਤੀਰ ਵੱਜਿਆ, ਤੇ ਉਹ ਵਿਅਕਤੀ ਜਿਹੜਾ ਸੀ ਗੁਰੂ ਦੀ ਬਖਸ਼ਿਸ਼ ਸਦਕਾ ਇੱਕ ਦਿਨ 'ਚ ਹੀ ਸੰਤ ਬਣ ਗਿਆ। ਬਿਰਤੀ ਬਦਲ ਗਈ ਉਹਦੇ ਅੰਦਰੋਂ। ਉਹ ਜਿਹੜਾ ਸੀ ਨਾ ਰਾਗਸਪੁਣਾ, ਉਹ ਖਤਮ ਹੋ ਗਿਆ ਉਹਦੇ ਅੰਦਰੋਂ, ਉਹ ਬਿਰਤੀ ਮਰ ਗਈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਘਿਰ ਪਰਿਆ ਲਗਾ ਕਲੇਜੇ ਛੇਕ। ਸਤਿਗੁਰੂ ਜੀ ਦੇ ਬਚਨਾਂ ਦੇ ਤੀਰ ਵੱਜੇ, ਉਹਦੇ ਅੰਦਰੋਂ ਠੱਗ ਮਰ ਗਿਆ, ਸਦਾ ਲਈ ਮਰ ਗਿਆ। ਇਹ ਠੀਕ ਹੈ ਕਿ ਅਸੀਂ ਅਜੇ ਵੀ ਉਹਨੂੰ ਠੱਗ ਹੀ ਕਹੀ ਜਾਂਦੇ ਹਾਂ, ਪਰ ਉਹ ਠੱਗ ਮਰ ਗਿਆ, ਉਹਦੇ ਅੰਦਰ ਸੰਤ ਪੈਦਾ ਹੋ ਗਿਆ,
ਉਹਦੇ ਅੰਦਰ ਇੱਕ ਸਿੱਖ ਪੈਦਾ ਹੋ ਗਿਆ। ਬਿਲਕੁਲ ਇੱਦਾਂ ਜਦੋਂ ਇਹ ਗੁਰਬਾਣੀ ਸਾਡੇ ਅੰਦਰ ਤੀਰ ਵਾਂਗੂ ਵੱਜੇਗੀ, ਜਦੋਂ ਗੁਰਬਾਣੀ ਸਾਡੀ ਸੁਰਤ ਦੇ ਵਿੱਚ ਆ ਕੇ ਸਪਰਸ਼ ਕਰੇਗੀ, ਯਕੀਨਨ ਸਾਡੀ ਜ਼ਿੰਦਗੀ ਤਬਦੀਲੀ ਆਏਗੀ। ਪੜ੍ਹਨਾ ਮੁਬਾਰਕ ਹੈ, ਸੁਣਨਾ ਮੁਬਾਰਕ ਹੈ, ਪਰ ਜਿੰਨਾ ਚਿਰ ਸਾਡੀ ਸੁਰਤ ਸਪਰਸ਼ ਨਹੀਂ ਕਰੇਗੀ, ਇਹ ਜਿਹੜੇ ਭੱਟਾਂ ਦੇ ਬਚਨ ਨੇ ਕਿ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਜਦੋਂ ਗੁਰੂ ਕਾ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਕੱਚ ਵਰਗਾ ਸੀ ਨਾ ਜਿਹੜਾ ਮੇਰਾ ਸੁਭਾਅ, ਉਹ ਕੰਚਨ ਸੋਨੇ ਵਰਗਾ ਬਣ ਗਿਆ। ਕੱਚ ਤੋਂ ਕੰਚਨ ਬਣ ਜਾਣਾ ਕਿੱਡੀ ਵੱਡੀ ਗੱਲ ਹੈ। ਲੋਹਾ ਤੇ ਬਣੇ ਸੋਨਾ ਉਹ ਵੱਖਰੀ ਗੱਲ ਹੈ, ਪਰ ਕੱਚ ਤੋਂ ਕੰਚਨ, ਕੱਚ ਤਾਂ ਨਕਮਾ ਜਿਹਾ ਹੁੰਦਾ, ਪਰ ਇੱਥੇ ਕੱਚ ਕੰਚਨ ਬਣਦਾ ਦੱਸਿਆ ਹੈ। ਬਿਖ ਤੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ। ਸਾਡੇ ਅੰਦਰ ਜਿਹੜੀ ਜ਼ਹਿਰ ਭਰੀ ਹੋਈ ਸੀ, ਵਿਕਾਰਾਂ ਦੀ ਜ਼ਹਿਰ ਭਰੀ ਪਈ ਹੈ, ਔਗਣਾਂ ਦੀ ਜ਼ਹਿਰ ਭਰੀ ਪਈ ਹੈ, ਔਰ ਸਾਡੇ ਅੰਦਰ ਜਿਹੜੀ ਜ਼ਹਿਰ ਹੀ ਜ਼ਹਿਰ ਸੀ, ਜਦੋਂ ਅਸੀਂ ਗੁਰੂ ਕੇ ਸ਼ਬਦ ਨੂੰ ਕੰਨਾਂ ਨਾਲ ਸੁਣਿਆ, ਨਾਮ ਨਾਲ ਜੁੜੇ, ਅੰਮ੍ਰਿਤ ਬਣ ਗਏ ਅੰਦਰੋਂ। ਹੁਣ ਅੰਦਰੋਂ ਹੀ ਬਣੇ ਆ, ਕੋਈ ਬਾਹਰੋਂ ਨਹੀਂ ਅੰਦਰ ਗਿਆ, ਬਾਹਰੋਂ ਅੰਮ੍ਰਿਤ ਨਹੀਂ ਅੰਦਰ ਜਾਣਾ, ਅੰਮ੍ਰਿਤ ਹੀ ਅੰਦਰ ਹੀ ਹੈ, ਅੰਦਰ ਹੀ ਤਬਦੀਲੀ ਹੋ ਗਈ, ਅੰਮ੍ਰਿਤ ਬਣ ਗਏ। ਇੱਥੇ ਬਸ ਨਹੀਂ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ, ਲੋਹੇ ਤੋਂ ਲਾਲ ਬਣ ਗਏ, ਕਾਠ ਤੋਂ ਚੰਦਨ ਬਣ ਗਏ। ਔਰ ਇੱਥੇ ਬਸ ਨਹੀਂ ਸਤਿਗੁਰ ਚਰਨ ਜਿਨ ਪਰਸਿਆ ਪਸ਼ੂ ਪਰੇ ਤੋਂ, ਸਤਿਗੁਰ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਕੇ ਚਰਨ ਪਰਸ ਲਏ ਉਹ ਪਸ਼ੂ ਪ੍ਰੇਤਾਂ ਤੋਂ ਦੇਵਤੇ ਬਣ ਗਏ, ਸੁਰ ਨਰ ਪਏ, ਦੇਵਤੇ ਬਣ ਗਏ, ਉਹ ਮਨੁੱਖ ਉੱਤਮ ਮਨੁੱਖ ਬਣ ਗਏ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੀ ਪਸ਼ੂ ਬਿਰਤੀ ਨੂੰ ਮਾਰਨ ਦੇ ਲਈ ਆਏ ਸਨ। ਇਹ ਰਿਛ ਇੱਕ ਬਿਰਤੀ ਸੀ, ਉਹ ਠੀਕ ਹੈ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਤੇਰਾ ਬਾਪ ਸੋਭਾ ਰਾਮ ਜਿਹੜਾ ਇਹੋ ਜਿਹੀ ਬਿਰਤੀ ਵਾਲਾ ਸੀ, ਉਹ ਰਿਛ ਦੀ ਜੂਨ 'ਚ ਪਿਆ, ਤੇ ਉਹਨੂੰ ਕਹਿਣ ਲੱਗੇ ਜੇ ਤੂੰ ਬਾਂਦਰ ਵਰਗੇ ਕੰਮ ਕਰੇਗਾ ਤੇ ਬਾਂਦਰ ਹੀ ਬਣੇਗਾ, ਜਿਹੋ ਜਿਹੇ ਕੋਈ ਕੰਮ ਕਰਦਾ ਉਹੋ ਜਿਹਾ ਬਣਦਾ ਨਾ। ਔਰ ਗੁਰਬਾਣੀ ਨੇ ਇਹ ਗੱਲ ਕਹੀ ਹੈ ਕਿ ਜੋ ਕੁਝ ਅਸੀਂ ਕਰਾਂਗੇ ਉਹੀ ਕੁਝ ਬਣੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜ਼ਿੰਦਗੀ ਇਹ ਜੋ ਪ੍ਰਮਾਤਮਾ ਨੇ ਦਿੱਤੀ ਹੈ, ਇਹ ਉੱਚੇ ਉੱਠਣ ਦੇ ਲਈ ਹੈ। ਮਨੁੱਖ ਹੋਣਾ, ਮਨੁੱਖਾ ਜ਼ਿੰਦਗੀ ਹੋਣਾ ਇੱਕ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਵੱਡੇ ਭਾਗਾਂ ਕਰਕੇ ਸਾਨੂੰ ਇਹ ਜ਼ਿੰਦਗੀ ਮਿਲੀ ਹੈ, ਐਵੇਂ ਨਹੀਂ ਕੋ ਮਿਲ ਗਈ। ਇਹ ਜ਼ਿੰਦਗੀ ਕੁਝ ਬਣਨ ਦੇ ਲਈ ਮਿਲੀ ਹੈ, ਇਹ ਜ਼ਿੰਦਗੀ ਉੱਚੇ ਉੱਠਣ ਦੇ ਲਈ ਮਿਲੀ ਹੈ, ਇਹ ਜ਼ਿੰਦਗੀ 'ਚ ਤਰੱਕੀ ਕਰਨ ਦੇ ਲਈ ਮਿਲੀ, ਵਿਕਾਸ ਕਰਨ ਲਈ ਮਿਲੀ ਹੈ। ਇਹ ਜ਼ਿੰਦਗੀ ਨੀਵੇਂ ਪਾਸੇ ਜਾਣ ਲਈ ਨਹੀਂ ਹੈ। ਪਰ ਮਨੁੱਖ ਤੇ ਚਾਹੀਦਾ ਸੀ ਕਿ ਪਰਮ ਮਨੁੱਖ ਬਣ ਜਾਂਦਾ, ਪਰਮਾਤਮਾ ਬਣ ਜਾਂਦਾ, ਪਰ ਮਨੁੱਖ ਤਾਂ ਪਸ਼ੂਆਂ ਵਾਲੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਮਨੁੱਖ ਦੀ ਬਿਰਤੀ ਨੀਵੀਂ ਹੋ ਗਈ। ਸਤਿਗੁਰੂ ਜੀ ਨੇ ਇਸ ਦੀ ਬਿਰਤੀ ਨੂੰ ਬਦਲਣ ਦੇ ਲਈ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਕਹੀ, ਭਾਈ ਕੀਰਤੀਆ ਇਹ ਰਿਛ ਤੇਰਾ ਬਾਪ ਹੈ ਸੋਭਾ ਰਾਮ, ਤੇ ਕੀਰਤੀਏ ਨੂੰ ਸਤਿਗੁਰੂ ਜੀ ਨੇ ਇਹ ਗੱਲ ਦੱਸੀ ਕਿ ਉਹਦੇ ਕਰਮ ਇਹੋ ਜਿਹੇ ਜੀ ਰਿਛ ਵਰਗੇ, ਉਹ ਜਿੱਥੇ ਸੀ ਜਫਾ ਹੀ ਮਾਰ ਕੇ ਬੈਠ ਗਿਆ। ਜਿਹੜਾ ਵੀ ਮਨੁੱਖ ਜਿਸ ਵੀ ਥਾਂ ਤੇ ਜਿਸ ਚੀਜ਼ ਨੂੰ ਜਫਾ ਮਾਰ ਕੇ ਬੈਠਾ ਹੈ ਨਾ, ਸਮਝੋ ਕਿ ਉਹਦੀ ਬਿਰਤੀ ਇਹੋ ਜਿਹੀ ਹੈ। ਹਰ ਮਨੁੱਖ ਦੇ ਅੰਦਰ ਕਈ ਤਰ੍ਹਾਂ ਦੀ ਬਿਰਤੀ ਪਸ਼ੂਪੁਣੇ ਦੀ ਹੈਗੀ ਹੈ। ਔਰ ਗੁਰਬਾਣੀ ਨੇ ਵਾਰ-ਵਾਰ ਸਾਨੂੰ ਇਹ ਗੱਲ ਦੱਸੀ ਹੈ। ਅਸੀਂ ਆਏ ਕਿਉਂਕਿ ਇਹਨਾਂ ਜੂਨਾਂ ਚੋਂ ਆ, ਤੇ ਉਹ ਸੰਸਕਾਰ ਸਾਡੇ ਨਾਲ ਹੀ ਤੁਰੇ ਆਉਂਦੇ ਨੇ। ਉਹਨਾਂ ਸੰਸਕਾਰਾਂ ਨੂੰ ਬਦਲਣ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਤਸੰਗਤ ਦਿੱਤੀ ਹੈ, ਸਾਨੂੰ ਗੁਰਬਾਣੀ ਦੀ ਦਾਤ ਦਿੱਤੀ ਹੈ। ਗੁਰੂ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਇਸ ਗੱਲ ਦੇ ਸਮਰੱਥ ਨੇ। ਗੁਰੂ ਜਿਹੜਾ ਪਸ਼ੂ ਪ੍ਰੇਤੋਂ ਦੇਵ ਕਰੇ, ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣਾ ਸਕਦਾ। ਗੁਰੂ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰੂ ਜੀ ਨੇ ਇਸ ਮਨੁੱਖੀ ਸਮਾਜ ਨੂੰ ਬਦਲ ਦਿੱਤਾ। ਇਹ ਕਾਇਰਾਂ ਦਾ, ਬੁਜ਼ਦਿਲਾਂ ਦਾ ਜਾਂ ਐਵੇਂ ਕਮਜ਼ੋਰ ਲੋਕਾਂ ਦਾ ਜਿਹੜਾ ਸਮਾਜ ਸੀ, ਸਤਿਗੁਰੂ ਜੀ ਨੇ ਉਹਦੇ 'ਚੋਂ ਸੰਤ ਪੈਦਾ ਕੀਤੇ, ਮਹਾਂਪੁਰਖ ਪੈਦਾ ਕੀਤੇ, ਯੋਧੇ ਪੈਦਾ ਕੀਤੇ, ਇਹੋ ਜਿਹੇ ਮਹਾਨ ਸੂਰਮੇ ਪੈਦਾ ਕੀਤੇ ਜਿਨ੍ਹਾਂ ਦੀ ਇੱਕ ਇੱਕ ਗਰਜ ਨੂੰ ਸੁਣ ਕੇ ਕਾਬਲ ਦੀਆਂ ਕੰਧਾਂ ਕੰਬਦੀਆਂ ਸਨ। ਉਹ ਯੋਧੇ ਕਿੱਥੋਂ ਪੈਦਾ ਹੋਏ ਨੇ? ਉਹ ਇਹ ਸਤ ਸੰਗਤ ਦਾ ਪ੍ਰਤਾਪ ਹੈ। ਆਓ ਆਪਾਂ ਇਸ ਸਤ ਸੰਗਤ ਦੀ ਮਹਾਨਤਾ ਨੂੰ ਆਪ ਵੀ ਸਮਝੀਏ, ਰੋਜ਼ ਗੁਰਬਾਣੀ ਨਾਲ ਜੁੜਿਆ ਕਰੀਏ। ਗੁਰਬਾਣੀ ਨਾਲ ਜੁੜਨ ਦਾ ਅਰਥ ਕੀ ਹੈ? ਦੇਖੋ, ਹੋਰ ਨਾ ਮਤਾਂ ਨੂੰ ਜਦੋਂ ਆਪਾਂ ਦੇਖਦੇ ਹਾਂ, ਉਹ ਕਹਿੰਦੇ 5 ਵਿਕਾਰ ਕਾਬੂ ਕਰ ਲਓ, ਇਹਨਾਂ ਬੁਰਾਈਆਂ ਤੇ ਕਾਬੂ ਪਾ ਲਓ। 5 ਵਿਕਾਰਾਂ ਤੇ ਕਾਬੂ ਪਾਉਣਾ ਹੀ ਸਾਡੀ ਜ਼ਿੰਦਗੀ ਦਾ ਮਸਲਾ ਨਹੀਂ ਹੈ। ਜਾਂ ਐਵੇਂ ਕਹਿ ਲਓ ਕਿ ਕੇਵਲ ਆਪਣੇ ਆਪ ਸੁਖੀ ਹੋਣਾ ਹੀ ਸਾਡੀ ਜ਼ਿੰਦਗੀ ਦਾ ਮਸਲਾ ਨਹੀਂ ਹੈ। ਸਾਡੀ ਜ਼ਿੰਦਗੀ ਦਾ ਮਸਲਾ ਤੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਹਾਨ ਲੁਡਾਈ ਹੈ। ਸਾਡੀ ਜ਼ਿੰਦਗੀ ਦਾ ਮਸਲਾ ਕੇਵਲ ਆਪਣੇ ਆਪ ਨੂੰ ਸਵਾਰਨ ਜਾਂ ਆਪ ਸੁਖੀ ਹੋਣ ਤੱਕ ਹੀ ਨਹੀਂ ਹੈ।
ਸਾਡੀ ਜ਼ਿੰਦਗੀ ਦਾ ਮਸਲਾ ਇੱਕ ਵਧੀਆ ਸਮਾਜ ਸਿਰਜਣ ਤੋਂ ਹੈ। ਸਾਡੀ ਜ਼ਿੰਦਗੀ ਦਾ ਮਸਲਾ ਮਨੁੱਖਤਾ ਦੇ ਸਰਬੱਤ ਦੇ ਭਲੇ ਲਈ ਵਿਚਰਨ ਤੋਂ ਹੈ। ਇਸ ਕਰਕੇ ਜਦੋਂ ਅਸੀਂ ਗੁਰੂ ਕੋਲ ਆਈਏ, ਸਤ ਸੰਗਤ ਨਾਲ ਜਾਂ ਗੁਰਬਾਣੀ ਨਾਲ ਜੋ ਪਿਆਰ ਸਾਡਾ ਬਣਿਆ ਇਹ ਦਾਤ ਮੰਗੀਏ, ਜਦੋਂ ਅਸੀਂ ਆਪ ਜ਼ਿੰਦਗੀ 'ਚ ਗੁਰਬਾਣੀ ਨਾਲ ਜੁੜ ਕੇ ਉੱਚੇ ਉੱਠਾਂਗੇ, ਯਕੀਨਨ ਗੁਰੂ ਦੇ ਆਸੇ ਅਨੁਸਾਰ ਅਸੀਂ ਸਰਬੱਤ ਦੇ ਭਲੇ ਲਈ ਵਿਚਰਾਂਗੇ। ਗੁਰੂ ਸਮਰੱਥ ਹੈ, ਉਹ ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣਾ ਸਕਦਾ ਹੈ। ਇਹ ਗੁਰੂ ਦੀ ਵਡਿਆਈ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਗੁਰਬਾਣੀ ਨਾਲ ਸਾਡਾ ਪਿਆਰ ਬਣੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਾਡਾ ਗੁਰੂ ਮਨੁੱਖਾਂ ਤੋਂ ਦੇਵਤੇ ਨਹੀਂ, ਪਸ਼ੂਆਂ ਪ੍ਰੇਤਾਂ ਨੂੰ ਵੀ ਦੇਵਤੇ ਬਣਾਉਣ ਦੇ ਸਮਰੱਥ ਹੈ। ਉਸ ਗੁਰੂ ਦੀ ਚਰਨ ਸਰਨ ਨਾਲ ਜੁੜੇ ਰਹੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਦਿਆਂ ਹੋਇਆਂ ਬੜੇ ਪਿਆਰ ਦੇ ਨਾਲ ਮਾਨਯੋਗ ਭਾਈ ਸਾਹਿਬ ਜੀ, ਭਾਈ ਦਵਿੰਦਰ ਸਿੰਘ ਜੀ ਸੋਢੀ ਰਸ ਪਿੰਨਾ ਕੀਰਤਨ ਕਰਦੇ ਨੇ। ਆਪ ਜੀ ਉਹਨਾਂ ਪਾਸੋਂ ਆਨੰਦ ਮਾਣੋ। ਦਾਸ ਦੀਆਂ ਭੁੱਲਾਂ ਚੁੱਕਾਂ ਮਾਫ ਕਰਦਿਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।